ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਬਹੁਤ ਸ਼ੁਕਰੀਆ ਤਖਤ ਪੰਜਾਬ ਦੇ ਦਰਸ਼ਕਾਂ ਦਾ ਜੀ। ਸਮਦ ਸਾਹਿਬ, ਪਹਿਲੀ ਗੱਲ ਜਿਹੜੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਹਰ ਰੋਜ਼ ਰਿਪੋਰਟਾਂ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚਦੀਆਂ ਹੋਣੀਆਂ, ਨੋਡਲ ਅਫਸਰ ਲਾਏ ਨੇ, ਪਤਾ ਲੱਗ ਜਾਂਦਾ ਹੋਣਾ ਕਿ ਕਿੰਨੀਆਂ ਕੁ ਮੌਤਾਂ ਜਿਹੜੀਆਂ ਨੇ ਉਹ ਨਸ਼ੇ ਕਰਕੇ ਹੋ ਰਹੀਆਂ, ਜਾਂ ਕਿੰਨੇ ਕੁ ਤਸਕਰ ਜਿਹੜੇ ਨੇ ਉਹ ਭੱਜੇ ਫਿਰਦੇ ਨੇ ਇੱਧਰ ਉੱਧਰ, ਹਾਵੀ ਨੇ ਮਤਲਬ ਕਿ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੀ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ। ਜਿਵੇਂ ਕੱਲ ਇੱਕ ਬੀਬੀ ਦੀ ਆਡੀਓ ਵਾਇਰਲ ਹੋਈ, ਕਹਿੰਦੀ ਕਹਿ ਦੋ ਜਿਹਨੂੰ ਕਹਿਣਾ, ਭਾਵੇਂ ਭਗਵੰਤ ਮਾਨ ਨੂੰ ਕਹਿ ਦੋ ਨਸ਼ਾ ਤਾਂ ਇਦਾਂ ਹੀ ਵੇਚਾਂਗੇ। ਹਾਲਾਂਕਿ ਬਾਅਦ ਵਿੱਚ ਉਹ ਤੇ ਪਰਚਾ ਕਰ ਦਿੱਤਾ ਗਿਆ। ਪਰ ਜਿਹੜੀ ਮੈਂ ਗੱਲ ਅੱਜ ਦੀ ਕਰਨੀ ਹੈ ਕਿ ਮੀਟਿੰਗ ਹੋਈ ਆ ਉੱਚ ਅਧਿਕਾਰੀਆਂ ਦੇ ਨਾਲ, ਮੀਟਿੰਗ ਥੋੜੇ ਦਿਨ ਪਹਿਲਾਂ ਵੀ ਹੋਈ ਸੀਗੀ, ਐਸਟੀਐਫ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ। ਮਤਲਬ ਇਹ ਮੀਟਿੰਗਾਂ ਦਾ ਦੌਰ ਜਿਹੜਾ ਹੈ, ਇਹਦਾ ਸਿੱਟਾ ਕਦੋਂ ਨਿਕਲੇਗਾ ਜ਼ਮੀਨੀ ਪੱਧਰ ਦੇ ਉੱਤੇ? ਸੁਖਵਿੰਦਰ ਜੀ, ਬਹੁਤ ਵੱਡਾ ਸਵਾਲ ਹੈ, ਪਰ ਇੱਕ ਆਮ ਸਵਾਲ ਹੈ, ਕਿਉਂਕਿ ਇਹਦਾ ਉੱਤਰ ਸਾਡੇ ਨਾ ਤਾਂ ਸਮਾਜ ਕੋਲੇ ਆ, ਨਾ ਹੀ ਸਾਡੀਆਂ ਸਰਕਾਰਾਂ ਕੋਲੇ। ਪਿਛਲੀ ਸਰਕਾਰ 2017 ਵਿੱਚ ਥੋੜੇ ਯਾਦ ਹੋ, ਗੁਟਕਾ ਸਾਹਿਬ ਹੱਥ ਫੜ ਕੇ ਕੈਪਟਨ ਸਾਹਿਬ ਨੇ ਦਮਦਮਾ ਸਾਹਿਬ ਵੱਲ ਆਪਣਾ ਮੂੰਹ ਕਰਕੇ ਉੱਧਰ ਅਰਦਾਸ ਕੀਤੀ ਸੀ, ਵਾਅਦਾ ਕੀਤਾ ਸੀ ਕਿ ਹਫ਼ਤੇ ਵਿੱਚ ਡਰੱਗ ਪੈਡਲਰਸ ਨੂੰ ਅੰਦਰ ਕਰ ਦਿਓ। ਕੀ ਹੋਇਆ? ਤੁਹਾਡੇ ਸਾਹਮਣੇ ਆ। ਸਿੱਧੂ ਸਾਹਿਬ ਨੂੰ ਉੱਧਰੋਂ ਲਿਆਂਦਾ, ਹੁਣ ਤਾਂ ਏਡੀਜੀਪੀ ਨੇ ਸਪੈਸ਼ਲ ਟਾਸਕ ਫੋਰਸ ਦਿੱਤੀ ਉਹਨਾਂ ਨੂੰ, ਉਹਨਾਂ ਨੇ ਨਸ਼ੇ ਦੇ ਤਸਕਰਾਂ ਦੀ ਪੂਰੀ ਦੀ ਪੂਰੀ ਫਹਿਰਿਸਤ ਹਾਈ ਕੋਰਟ ਵਿੱਚ ਜਮ੍ਹਾਂ ਕਰਾ ਦਿੱਤੀ। ਉਹਦੇ ਤੇ ਕੈਪਟਨ ਸਾਹਿਬ ਨਾਰਾਜ਼ ਹੋ ਗਏ ਕਿ ਮੈਨੂੰ ਦੇਣੀ ਸੀ ਲਿਸਟ, ਬਲੈਕਮੇਲ ਤਾਂ ਉਹ ਮੈਂ ਕਰਨੇ ਸੀ, ਤੂੰ ਹਾਈ ਕੋਰਟ ਨੂੰ ਦੇਤੀ। ਸੋ ਗੱਲ ਕੀ ਮੁੱਕਦੀ ਆ ਕਿ ਜੇ ਹਰਪ੍ਰੀਤ ਸਿੱਧੂ ਵਰਗੇ ਬੰਦੇ ਨੂੰ ਲਿਆਉਣ ਤੋਂ ਬਾਅਦ ਵੀ ਕੈਪਟਨ ਦੀ ਜਿਹੜੀ ਤਜਾਰਤ ਸੀਗੀ ਉਹ ਫੇਲ ਹੋ ਗਈ। ਪਰ ਹਰਪ੍ਰੀਤ ਸਿੱਧੂ ਨੇ ਆਪਣੇ ਆਪ ਨੂੰ ਸਾਬਤ ਕੀਤਾ। ਉਹਨਾਂ ਨੇ ਉਹ ਪੂਰੀ ਦੀ ਪੂਰੀ ਫਹਿਰਿਸਤ ਬਣਾ ਕੇ ਦਿੱਤੀ। ਮੰਤਰੀ, ਸੰਤਰੀ, ਆਈਐਸ ਅਫਸਰ, ਵਿਦੇਸ਼ੀ, ਪ੍ਰਵਾਸੀ, ਪਾਕਿਸਤਾਨੀ, ਪੂਰੇ ਦਾ ਪੂਰਾ ਤੰਤਰ ਸੀ ਜਿਹੜਾ ਉਹ ਲਿਸਟ, ਉਹ ਪੂਰੇ ਦੀ ਪੂਰੀ ਰਿਪੋਰਟ ਵਿੱਚ ਸੀ। ਔਰ ਉਸੇ ਰਿਪੋਰਟ ਦੇ ਕੁਝ ਪੰਨਿਆਂ ਨੂੰ ਦੁਬਾਰਾ ਚੱਕ ਕੇ ਪੰਜਾਬ ਪੁਲਿਸ ਨੇ ਵਿਕਰਮਜੀਤ ਸਿੰਘ ਮਜੀਠੀਆ ਉੱਪਰ ਕੇਸ ਦਾਇਰ ਕੀਤਾ। ਹਾਲਾਂਕਿ ਜਿਹੜਾ ਪਹਿਲਾ ਕੇਸ ਹੋਇਆ ਸੀ ਉਹਦੇ ਵਿੱਚ ਵਿਕਰਮ ਮਜੀਠੀਆ ਦਾ ਨਹੀਂ ਸੀ, ਲੇਕਿਨ ਇਹ ਸਿੱਧੂ ਦੀ ਆਪਣੀ ਜਿਹੜੀ ਇਨਕੁਆਇਰੀ ਸੀ ਉਹਦੇ ਤੋਂ ਬਾਅਦ ਉਹਦੇ ਤੇ ਕੇਸ ਐਡਾ ਵੱਡਾ ਬਣ ਗਿਆ ਕਿ ਹਲੇ ਤੱਕ ਉਸ ਦੀ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਨਹੀਂ ਹੋਈ। ਹੁਣ ਤੁਸੀਂ ਇਹ ਦੇਖੋ ਕਿ ਸਾਡਾ ਜੇ ਵਿਕਰਮਜੀਤ ਮਜੀਠੀਆ ਉਹਨਾਂ ਦੇ ਉੱਪਰ ਇਹ ਕੇਸ ਚੱਲ ਰਿਹਾ, ਤਾਂ ਇੱਕ ਗੱਲ ਤਾਂ ਬੜੀ ਸਾਫ਼ ਕਲੀਅਰ ਆ ਸੁਖਵਿੰਦਰ ਵੀ, ਕਿ ਕਿਸ ਪੱਧਰ ਦੇ ਰਾਜਨੀਤਿਕ ਲੋਕ ਇਸ ਧੰਦੇ ਦੇ ਵਿੱਚ ਸ਼ਾਮਿਲ ਨੇ। ਚਾਹੇ ਉਹ ਲੱਖ ਕੱਲ ਨੂੰ ਬਰੀ ਹੋ ਜੇ, ਲੱਖ ਕੱਲ ਨੂੰ ਬੇਕਸੂਰ ਸਾਬਤ ਹੋ ਜੇ, ਪਰ ਇੱਕ ਗੱਲ ਤਾਂ ਸਾਬਤ ਹੋ ਗਈ ਨਾ ਕਿ ਜਿਹੜੇ ਉੱਪਰਲੇ ਆਲਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਉਹਨਾਂ ਦੇ ਸੱਜੇ ਖੱਬੇ ਜਿਹੜੇ ਬੰਦੇ ਬੈਠੇ ਨੇ, ਉਹ ਇਸ ਧੰਦੇ ਨੂੰ ਚਲਾ ਰਹੇ ਨੇ, ਉਹ ਇਸ ਧੰਦੇ ਨੂੰ ਆਪਰੇਟ ਕਰ ਰਹੇ ਨੇ, ਜਿਨ੍ਹਾਂ ਦੇ ਕੋਲੇ ਪੂਰੀ ਦੀ ਪੂਰੀ ਪੰਜਾਬ ਪੁਲਿਸ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੀ। ਬੱਗੇ ਤਜਿੰਦਰ ਬੱਗਾ ਇੱਕ ਬਿਆਨ ਦਿੰਦਾ ਕੇਜਰੀਵਾਲ ਸਾਹਿਬ ਦੇ ਖਿਲਾਫ, ਪੰਜਾਬ ਪੁਲਿਸ ਉਹਨੂੰ ਚੱਕਣ ਲਈ ਦਿੱਲੀ ਜਾਂਦੀ ਹੈ, ਦਿੱਲੀ ਪੁਲਿਸ ਹਰਿਆਣਾ ਪੁਲਿਸ ਨੂੰ ਕਹਿੰਦੀ ਹੈ, ਹਰਿਆਣਾ ਪੁਲਿਸ ਉਹਨਾਂ ਨੂੰ ਘੇਰਦੀ ਹੈ, ਦਿੱਲੀ ਪੁਲਿਸ ਆ ਕੇ ਤਜਿੰਦਰ ਬੱਗੇ ਨੂੰ ਲੈ ਕੇ ਜਾਂਦੀ ਹੈ, ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਵਿੱਚ ਰੋਕ ਲਿਆ ਜਾਂਦਾ, ਆ ਕੇ ਦੁਬਾਰਾ ਹਾਈ ਕੋਰਟ ਵਿੱਚ ਸੁਣਵਾਈ ਹੁੰਦੀ ਆ। ਕੀ ਹਾਲਾਤ ਨੇ? ਮੇਰੇ ਦੱਸਣ ਦਾ ਭਾਵ ਇਹ ਆ ਕਿ ਪੁਲਿਸ ਦੀ ਔਕਾਤ ਕੀ ਹੈ। ਪੁਲਿਸ ਪਾਵਰਫੁਲ ਹੈ, ਪਰ ਉਹ ਹੈਂਡ ਪਿਕਡ ਆ, ਉਹ ਪਪਟ ਹੈਗਾ ਪੋਲੀਟੀਸ਼ੀਅਨਸ ਦਾ। ਕੋਈ ਵੀ ਜਿਹੜੀ ਸਾਡੀ ਫੋਰਸ ਆ ਉਹ ਪਪਟ ਹੈ ਪੋਲੀਟੀਸ਼ੀਅਨਸ ਦਾ, ਚਾਹੇ ਉਹ BSF ਆ। ਤੁਸੀਂ ਦੇਖੋ ਅਖਬਾਰ ਹੈਗਾ ਇੰਡੀਅਨ ਐਕਸਪ੍ਰੈਸ, ਉਹਦੇ ਵਿੱਚ ਚੀਨਾ ਸਾਹਿਬ ਦੀ ਰਿਪੋਰਟ ਛਪਦੀ ਆ ਪੂਰੇ 1 ਸਾਲ ਦੀ ਰਿਸਰਚ ਕਰਨ ਤੋਂ ਬਾਅਦ। ਉੱਥੋਂ ਦੇ ਲੋਕ ਕਹਿ ਰਹੇ ਨੇ, ਵਸਨੀਕ ਕਹਿ ਰਹੇ ਨੇ, ਕਹਿੰਦੇ ਯਾਰ ਡਰੋਨ ਅਸੀਂ ਤਾਂ ਕਦੇ ਦੇਖਿਆ ਨਹੀਂ, ਇਹ BSF ਨੂੰ ਦਿਖ ਜਾਂਦਾ, BSF ਨੇ ਫੜ ਲੈਂਦੇ। ਪੰਜਾਬ ਪੁਲਿਸ ਵਾਲੇ ਵੀ ਇਹੀ ਕਹਿੰਦੇ ਨੇ ਕਿ ਡਰੋਨ ਤਾਂ ਅਸੀਂ ਦੇਖੇ ਨਹੀਂ ਕਦੇ, BSF ਨੂੰ ਦਿਖਦੇ ਨੇ। ਆਰਮੀ ਵਾਲੇ ਵੀ ਕਹਿੰਦੇ ਨੇ, ਹੋਰ ਵੀ ਏਜੰਸੀਆਂ ਵਾਲੇ ਕਹਿੰਦੇ ਨੇ। ਇਹਦਾ ਕੀ ਮਤਲਬ ਆ? ਕੀ ਇਹ BSF ਵਾਲਿਆਂ ਦੀ ਖੇਡ ਬਣਾਈ ਹੋਈ ਆ ਕਿ ਡਰੋਨ ਫੜ ਲਿਆ, ਦਿਖਾਤਾ, ਸਾਰਾ ਕੁਝ ਹੋ ਗਿਆ? ਹਾਲਾਂਕਿ ਡਰੋਨ ਵੱਡੇ ਆਉਂਦੇ ਨੇ ਜਿਹਦੇ ਨਾਲ ਕਾਫੀ ਭਾਰੀ ਮਾਤਰਾ ਵਿੱਚ ਸਮਾਨ ਇੱਧਰ ਉੱਧਰ ਲਿਆਂਦਾ ਜਾ ਰਿਹਾ, ਪਰ ਉਹ ਲੋਕਾਂ ਦਾ ਜਿਹੜੀ ਮੂਲ ਗੱਲ ਮੈਂ ਆ ਰਿਹਾ, ਉਹਨਾਂ ਦਾ ਕਹਿਣਾ ਜਿਹੜੇ ਬਾਰਡਰ ਦੇ ਉੱਪਰ ਪਿੰਡ ਨੇ ਨਾ, ਜਿਨ੍ਹਾਂ ਦੀ
ਉਧਰ ਪਾਕਿਸਤਾਨ ਦੇ ਨਾਲ ਬਹੁਤ ਨੇੜਤਾ ਹੈਗੀ ਆ, ਬਾਰਡਰ ਦੇ ਨਾਲ, ਮਤਲਬ ਬੜਾ ਸੌਖਾ ਉਹਨਾਂ ਲਈ ਆਉਣਾ ਜਾਣਾ। ਹਾਲਾਂਕਿ ਤਾਰ ਲੱਗੀ ਹੋਈ ਆ, ਪਰ ਸਾਨੂੰ ਪਤਾ ਕਿ ਸਾਰਾ ਕੁਝ ਕਿਵੇਂ ਹੁੰਦਾ। ਉਹ ਕਹਿੰਦੇ ਨੇ ਕਿ ਪਿੰਡਾਂ ਵਿੱਚ ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮਤਲਬ ਮਿੱਟੀ ਖਾਣ ਜੋਗੇ ਵੀ ਨਹੀਂ ਸੀ ਹੈਗੇ ਲੋਕ, ਅੱਜ ਉਹ ਧਨਾੜ ਕੋਠੀਆਂ ਪਾਈ ਬੈਠੇ, 4-4 ਫੋਰਚੂਨਰ ਸਕਾਰਪੀਓ ਰੱਖੇ ਹੋਏ ਨੇ, 50-50 ਹਜ਼ਾਰ ਦੇ ਬੂਟ ਪਾਏ ਹੋਏ ਨੇ। ਉਹ ਲੋਕ BSF ਨੂੰ ਨਹੀਂ ਦਿਖਦੇ, ਉਹ ਲੋਕ ਪੰਜਾਬ ਪੁਲਿਸ ਨੂੰ ਨਹੀਂ ਦਿਖਦੇ, ਉਹ ਲੋਕ ਇੰਟੈਲੀਜੈਂਸ ਏਜੰਸੀਜ਼ ਨੂੰ ਨਹੀਂ ਦਿਖਦੇ, ਉਹ ਲੋਕ ਪੋਲੀਟੀਸ਼ੀਅਨਸ ਨੂੰ ਨਹੀਂ ਦਿਖਦੇ। ਹਾਂ, ਉਹ ਲੋਕ ਪੋਲੀਟੀਸ਼ੀਅਨਸ ਨੂੰ ਹੀ ਦਿਖਦੇ ਨੇ, ਇਸ ਕਰਕੇ ਉਹ ਤਰੱਕੀ ਕਰ ਰਹੇ ਨੇ। ਉਹ ਨਸ਼ੇ ਦੇ ਵਪਾਰੀ ਨੇ ਜਾਂ ਉਹ ਕੋਈ ਹੋਰ ਵਪਾਰ ਕਰਦੇ ਨੇ, ਇਹਦੇ ਉੱਪਰ ਕੋਈ ਸਮੀਖਿਆ ਨਹੀਂ ਹੋਈ, ਕਿ ਤਫਤੀਸ਼ ਨਹੀਂ ਹੋਈ। ਉਹ ਲੋਕ ਕਹਿੰਦੇ ਨੇ ਕਿ ਇਹਨਾਂ ਏਜੰਸੀਆਂ ਨੂੰ ਸਭ ਪਤਾ, ਪੁਲਿਸ ਚਾਹੂਗੀ ਤਾਂ ਡਰੱਗ ਪੈਡਲਰਸ ਨੂੰ 24 ਘੰਟੇ ਵਿੱਚ ਖਤਮ ਕਰ ਦਊਗੀ। ਪਰ ਪ੍ਰੋਬਲਮ ਇਹ ਆ ਕਿ ਹੁਣ ਪੁਲਿਸ ਦਾ ਵੀ ਆਪਣਾ ਬਹੁਤ ਕੁਝ ਸਟੇਕ ਤੇ ਲੱਗਿਆ ਹੋਇਆ। ਇਹ ਇੱਕ ਬਹੁਤ ਲੈਜੀਟੀਮੇਟ ਵਪਾਰ ਬਣ ਚੁੱਕਿਆ। ਮਤਲਬ ਕਿ ਚਿੱਟਾ ਬਣਦਾ, ਸਾਨੂੰ ਪਤਾ ਕਿ ਹਿਮਾਚਲ ਦੀਆਂ ਫੈਕਟਰੀਆਂ 'ਚ ਬਣਦਾ, ਉੱਥੋਂ ਆ ਕੇ ਵੇਚਿਆ ਜਾਂਦਾ, ਸੌਦੇ ਹੁੰਦੇ ਨੇ। ਪਿਛਲੀ ਸਰਕਾਰ ਵੇਲੇ, ਮੈਂ ਇਸ ਸਰਕਾਰ ਤੇ ਕੋਈ ਉਂਗਲੀ ਨਹੀਂ ਚੱਕਾਂਗਾ, ਪਿਛਲੀ ਸਰਕਾਰ ਵੇਲੇ ਇਹ ਦੇਖਿਆ ਸੀ ਕਿ ਥਾਣਿਆਂ ਵਿੱਚ ਵੀ ਇਹ ਸੌਦੇ ਹੁੰਦੇ ਸੀ, ਕਿੰਨਾ ਸਮਾਨ ਚਾਹੀਦਾ, ਕੀ ਚਾਹੀਦਾ ਹੈ, ਇਹ ਚੀਜ਼ਾਂ ਕਿੰਨੀਆਂ ਹੀ ਖਬਰਾਂ ਸਾਹਮਣੇ ਆ ਜਾਂਦੀਆਂ। ਪਰ ਜਦੋਂ ਬੰਦ ਕਰਨ ਦੇ ਉੱਪਰ ਆਏ, ਜਿਹੜੇ ਥੋੜੇ ਗ੍ਰਾਮਾਂ ਵਿੱਚ ਪੁੜੀਆਂ ਖਾਂਦੇ ਸੀ, ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰਤਾ। ਜਿਹੜਾ ਪਹਿਲਾਂ ਹੀ ਓਵਰਲੋਡਡ ਨੇ, ਉਹਨਾਂ ਨੂੰ ਹੋਰ ਭਰਤਾ। ਜਿਹੜੇ ਬੰਦੇ ਤਸਕਰੀ ਕਰਦੇ ਨੇ, ਉਹ ਤਾਂ ਹਿੰਦੁਸਤਾਨ 'ਚ ਰਹਿੰਦੇ ਨਹੀਂ, ਉਹ ਤਾਂ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ, ਜਾਂ ਉਹ ਇੰਨੇ ਹਾਈ ਸਿਕਿਉਰਿਟੀ 'ਚ ਰਹਿੰਦੇ ਨੇ, ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ। ਰੈੱਡ ਲਾਈਟਾਂ ਉਹਨਾਂ ਦੀਆਂ ਕਾਰਾਂ ਤੇ ਲੱਗੀਆਂ ਹੋਈਆਂ ਨੇ, ਕਾਲੇ ਸ਼ੀਸ਼ੇ ਉਹਨਾਂ ਦੀਆਂ ਕਾਰਾਂ ਤੇ ਲੱਗੇ ਹੋਏ ਨੇ, ਵੱਡੇ ਆਪਣੇ ਤੁਹਾਡੇ ਉਹਨਾਂ ਦੇ ਮੂਹਰੇ ਚੱਲਦੇ ਨੇ, ਆਹ ਕੀ ਕਹਿੰਦੇ ਨੇ, ਬਾਡੀਗਾਰਡਸ, ਬਾਉਂਸਰਸ ਕਹਿੰਦੇ ਨੇ। ਪੁਲਿਸ ਵਾਲਿਆਂ ਨੂੰ ਤਾਂ ਪਤਾ ਹੁੰਦਾ, ਪੁਲਿਸ ਵਾਲੇ ਤਾਂ ਆਪ ਸਕਾਟ ਲੱਗੀ ਹੁੰਦੀ ਉਹਦੇ ਮੂਹਰੇ। ਆਪਾਂ ਦੇਖਿਆ ਨਹੀਂ ਹੈਗਾ ਪਟਿਆਲਾ ਵਾਲੇ ਜਿਹੜਾ ਮੰਦਿਰ ਗੁਰਦੁਆਰੇ ਵਾਲਾ ਰੌਲਾ ਪੈ ਗਿਆ ਸੀ, ਹਾਲਾਂਕਿ ਉਹ 2 ਬੰਦਿਆਂ ਦੀ ਕਾਰਸਤਾਨੀ ਸੀ, ਉਹ ਪਰਵਾਨਾ ਸਾਹਿਬ ਤੇ ਉਹ ਲਾਲਾ ਜੀ ਸਿੰਗਲਾ ਜੀ, ਦੋਨਾਂ ਕੋਲ ਸਿਕਿਉਰਿਟੀ ਆ। ਉਹ ਲਾਲਾ ਜੀ ਕੋਲ ਕਿੰਨੀ ਸਿਕਿਉਰਿਟੀ ਸੀ, ਉਹ ਸਿਕਿਉਰਿਟੀ ਦੇ ਆੜ ਵਿੱਚ ਜੋ ਮਰਜ਼ੀ ਕਰੀ ਜਾਵੇ, ਕੋਈ ਪੁੱਛਣ ਵਾਲਾ ਹੈ। ਸੋ ਭਗਵੰਤ ਮਾਨ ਦੀ ਇੰਟੈਂਸ਼ਨ ਬਹੁਤ ਕਲੀਅਰ ਆ ਕਿ ਉਹ ਚਾਹੁੰਦਾ ਹੈਗਾ ਕਿ ਇਹ ਸਾਰਾ ਕੁਝ ਖਤਮ ਹੋ ਜਾਵੇ, ਪਰ ਗੱਲ ਇੰਨਾ ਸੁਖਾਲਾ ਹੈ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਮੂੰਹ ਨੂੰ ਖੂਨ ਲੱਗਿਆ ਨਾ, ਤਾਂ ਉਹ ਇੰਨਾ ਸੁਖਾਲਾ ਨਹੀਂ ਉਤਰਦਾ। ਇਹਨਾਂ ਦੇ ਮੂੰਹ ਨੂੰ ਛਿੱਕਲੀ ਕਿਵੇਂ ਪਊਗੀ? ਇਹ ਜਿਹੜਾ ਕਾਡਰ ਆ ਨਾ, ਇੰਡੀਅਨ ਅਲਾਈਡ ਸਰਵਿਸ, ਸਾਰੇ IAS IPS ਜਿੰਨੇ, ਇਹਨਾਂ ਨੂੰ ਛਿੱਕਲੀ ਪਊਗੀ। ਤੁਸੀਂ ਇਹਨਾਂ ਦਾ ਕਮਿਸ਼ਨ ਬਣਾਓ, ਤੁਸੀਂ ਇਹਨਾਂ ਤੋਂ ਲਾਓ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਕਿੰਨੀਆਂ ਹੈਗੀਆਂ ਨੇ, ਇਹਨਾਂ ਦੀ ਡਿਕਲੇਰੇਸ਼ਨ ਲਾਓ, ਇਹਨਾਂ ਦੀਆਂ ਪ੍ਰਾਪਰਟੀਆਂ ਕਿੰਨੀਆਂ ਹੈਗੀਆਂ ਨੇ। ਉਦੋਂ ਬਾਅਦ ਕਮਿਸ਼ਨ ਤੋਂ ਇਨਕੁਆਇਰੀ ਕਰਵਾਓ ਕਿ ਕੀ ਇਹਨਾਂ ਦੀਆਂ ਤਨਖਾਹਾਂ ਦੇ ਨਾਲ ਇੰਨੀ ਪ੍ਰਾਪਰਟੀ ਦਾ ਬਣ ਜਾਣਾ ਸੰਭਵ ਹੈ, ਕਿ ਇਹਨਾਂ ਦੀ ਤੇ ਇਹਨਾਂ ਦੇ ਜਿਹੜੇ ਸ਼ਰੀਕੇ ਹਯਾਤ ਨੇ, ਜਾਂ ਹਾਫ ਬੈਟਰ ਹਾਫ ਜਿਹਨੂੰ ਕਹਿੰਦੇ ਨੇ, ਮੇਲ ਫੀਮੇਲ, ਕਿ ਉਹਨਾਂ ਦੀ ਵੀ ਜੇ ਤਨਖਾਹ ਲੱਗੀ ਹੋਈ ਆ, ਉਹ ਵੀ ਤੇ IAS ਅਫਸਰ ਹੈਗੇ ਆ, PCS ਆ, IPS ਆ, ਵਟਐਵਰ, ਕਿ ਉਹ ਦੋਨਾਂ ਦੀਆਂ ਤਨਖਾਹ ਮਿਲ ਕੇ ਵੀ ਇੰਨੀ ਪ੍ਰਾਪਰਟੀ ਹੋ ਸਕਦੀ। ਮੈਂ ਡਿਕਲੇਅਰਡ ਪ੍ਰਾਪਰਟੀ ਦੀ ਗੱਲ ਕਰ ਰਿਹਾ, ਅਨਡਿਕਲੇਅਰਡ ਪ੍ਰਾਪਰਟੀ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ। ਡਿਕਲੇਅਰਡ ਪ੍ਰਾਪਰਟੀ ਹੀ ਜਸਟੀਫਾਈਜ਼ ਨਹੀਂ ਹੋਣੀ ਆ। ਇੱਕ IAS ਅਫਸਰ ਦੇ ਘਰ ਦੇ ਬਾਹਰ 4-4 ਫੋਰਚੂਨਰ ਖੜੀਆਂ, 2 ਮਰਸਡੀਆਂ ਖੜੀਆਂ ਨੇ, ਕਿਸੇ ਦੇ ਘਰ ਦੇ ਬਾਹਰ 2 ਬੀਮਰ ਖੜੀਆਂ ਨੇ, 6 ਆਡੀਆਂ ਖੜੀਆਂ ਨੇ। ਕੀ ਹੋ ਰਿਹਾ? ਮਤਲਬ ਉਹਨਾਂ ਦੇ ਨੌਕਰ ਜਿਹੜੇ ਹੈਗੇ ਨੇ, ਉਹ ਇਨੋਵਾ 3.2 ਕ੍ਰਿਸਟਾ ਦੇ ਵਿੱਚ ਤਾਂ ਸ਼ਾਪਿੰਗ ਕਰਨ ਜਾਂਦੇ ਨੇ ਮੰਡੀਆਂ ਵਿੱਚ, ਕਿ ਸਬਜ਼ੀ ਲੈ ਕੇ ਆ। ਉਹ ਰਜਵਾੜਿਆਂ ਦੀਆਂ ਜ਼ਿੰਦਗੀਆਂ ਜਿਉ ਰਹੇ ਨੇ। ਉਹ ਚੰਡੀਗੜ੍ਹ ਦੇ ਪਰਲੇ ਪਾਸੇ 3 ਪਿੰਡਾਂ ਦੀ ਸਾਂਝੀ ਸ਼ਾਮਲਾਟ ਦੱਬੀ ਬੈਠੇ। ਕੌਣ ਨੇ ਜ਼ਿਆਦਾ ਅਫਸਰ ਮਿਲਣਗੇ? ਅੱਜ ਮੈਂ ਜ਼ਿਆਦਾ ਦੂਰ ਨਹੀਂ ਜਾਂਦਾ, ਮੈਂ ITI ਦੀ ਗੱਲ ਕਰ ਰਿਹਾ ਸੀ, ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸਾਧੂ ਸਿੰਘ ਧਰਮਸੋਤ ਚੱਲਿਆ ਸੀ। ਮੈਂ ਕਹਿੰਦਾ ਕਿ ITI ਨੂੰ, ਸਿਰਫ ਪ੍ਰਾਈਵੇਟ ITI ਨੂੰ 87 ਪਤਾ ਨਹੀਂ 85 ਨੂੰ ਨੋਟਿਸ ਹੋਇਆ ਸੀ 2016 ਚ, ਜਿਹੜੇ ਜਾਲੀ ਵਜ਼ੀਫੇ ਖਾਂਦੇ ਫੜੇ ਗਏ ਸੀ ਕਿ ਪੈਸੇ ਵਾਪਸ ਕਰੋ, ਉਹ ਕਿਸੇ ਨੇ ਵਾਪਸ ਨਹੀਂ ਕੀਤੇ। ਕੌਣ ਜ਼ਿੰਮੇਵਾਰ ਆ ਉਹਦੇ ਲਈ? ਕੀ ਉਹ ਪ੍ਰਾਈਵੇਟ ITI ਵਾਲੇ ਜ਼ਿੰਮੇਵਾਰ ਨੇ, ਜਾਂ ਜਿਹੜੇ ਸਰਕਾਰੀ ITI ਵਾਲੇ ਅਫਸਰ ਉਹਨਾਂ ਤੇ ਲੱਗੇ ਹੋਏ ਨੇ ਉਹ ਜ਼ਿੰਮੇਵਾਰ? ਨਹੀਂ, ਉਹਨਾਂ ਤੇ ਜ਼ਿੰਮੇਵਾਰ ਉਹ ਨੇ ਜਿਹੜੇ ਉਸ ਵੇਲੇ ਵਿਭਾਗ ਦੇ ਸੈਕਟਰੀ ਸੀਗੇ, ਡਾਇਰੈਕਟਰ ਸੀਗੇ। ਉਹਨਾਂ ਦੀ ਕਦੇ ਪੈਰਵਾਈ ਕਿਉਂ ਨਹੀਂ ਹੋਈ? ਚਾਹੇ ਸੁਰੇਸ਼ ਕੁਮਾਰ ਆ, ਚਾਹੇ KBS ਸਿੱਧੂ ਆ, ਚਾਹੇ ਗੁਪਤਾ, ਚਾਹੇ ਵਰਮਾ, ਜਿੰਨੇ ਹੋ ਕੇ ਲੰਘੇ, ਉਹਨਾਂ ਦੀ ਕਿਉਂ ਨਹੀਂ ਛਾਣਬੀਣ ਹੁੰਦੀ? ਉਹਨਾਂ ਤੋਂ ਕਿਉਂ ਪੁੱਛ ਪੜਤਾਲ ਨਹੀਂ ਹੁੰਦੀ ਕਿ ਤੁਹਾਡੇ ਹੁੰਦੇ ਹੋਏ ਇੰਨੇ ਵੱਡੇ ਸੈਂਕੜੇ ਕਰੋੜਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਹੋ ਗਏ, ਤੁਸੀਂ ਉਹ ਸੰਸਥਾਵਾਂ ਦੇ ਐਫੀਲੀਏਸ਼ਨ ਕਿਉਂ ਨਹੀਂ ਕੈਂਸਲ ਕੀਤੇ? ਤੁਸੀਂ ਫੌਜਦਾਰੀ ਕੇਸ ਕਰਾਉਣ ਦੇ ਉਹਨਾਂ ਤੇ ਆਰਡਰ ਕਿਉਂ ਨਹੀਂ ਕੀਤੇ? ਕਿਉਂ ਨਹੀਂ ਕੀਤੇ? ਸਾਫ਼ ਪਤਾ ਲੱਗਦਾ ਚੋਰ ਮਸੇਰੇ ਭਾਈ, ਚੋਰ ਮਸੇਰੇ ਭਾਈ। ਜੇ ਉਹ ਉਧਰ ITI ਚ ਹੈਗੇ ਨੇ, ਤੇ ਫਿਰ ਉਧਰ ਆਪਣੇ ਸਰਕਾਰੀ ਕਾਲਜਾਂ ਦੇ ਹੈਗੇ ਨੇ,
ਕ੍ਰਿਸ਼ਨ ਕੁਮਾਰ ਦੇ ਉੱਪਰ ਕੀ ਹਾਲਾਤ ਨੇ। ਅੱਜ ਉਹ ਜਾ ਕੇ ਇਰੀਗੇਸ਼ਨ ਮਹਿਕ ਉਧਰ ਜਾ ਕੇ ਮਾਈਨਿੰਗ ਵਿੱਚ ਇੰਜੀਨੀਅਰ ਸਸਪੈਂਡ ਕਰ ਰਿਹਾ। ਉਹ ਜੋ ਐਜੂਕੇਸ਼ਨ ਡਿਪਾਰਟਮੈਂਟ 'ਚ ਗੰਦ ਪਾ ਕੇ ਗਿਆ ਉਹਦੀ ਜਵਾਬਦੇਹੀ ਕੌਣ ਆ? ਮੈਂ ਗੱਲ ਆ ਰਿਹਾ ਨਸ਼ਿਆਂ ਦੇ ਉੱਪਰ ਹੀ ਆ ਰਿਹਾ। ਮੈਂ ਕਹਿ ਰਿਹਾ ਕਿ ਇਹਨਾਂ ਵੱਡੇ ਅਫਸਰਾਂ ਨੂੰ ਜਦੋਂ ਤੱਕ ਤੁਸੀਂ ਸਵਾਲਾਂ ਦੇ ਘੇਰੇ ਥੱਲੇ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਨਸ਼ਿਆਂ ਨੂੰ ਤੰਦ ਪਾਉਣਾ, ਨਸ਼ਿਆਂ ਨੂੰ ਰੋਕ ਪਾਉਣਾ ਅਸੰਭਵ। ਕੋਈ ਵੀ ਸਮਰੱਥਾ ਨਹੀਂ ਹੈਗੀ ਜੋ ਪੁਲਿਸ ਤੋਂ ਬਿਨਾਂ ਇਸ ਨੂੰ ਰੋਕ ਸਕਦੀ ਆ। ਲੇਕਿਨ ਪੁਲਿਸ ਨੂੰ ਕੌਣ ਰੋਕੇਗਾ? ਤੁਸੀਂ ਜ਼ਿਆਦਾ ਦੂਰ ਨਾ ਜਾਓ। ਸਭ ਤੋਂ ਵੱਡੀ ਸਾਡੀ ਅਕੈਡਮੀ ਹੈਗੀ ਆ ਪੰਜਾਬ ਪੁਲਿਸ ਦੀ ਫਲੋਰ ਕੱਲ ਦੀ ਗੱਲ ਕਰ ਰਿਹਾ ਮੈਂ, ਕੱਲ ਦੀ, ਜ਼ਿਆਦਾ ਦੂਰ ਦੀ ਨਹੀਂ ਜਾਂਦਾ। ਜੇ ਤੁਸੀਂ ਅਖਬਾਰ ਵਿੱਚ ਡੇਟ ਲਾਈਨ ਪੜੋਗੇ ਤਾਂ ਤੁਹਾਨੂੰ ਮਈ 11 ਮਿਲੇਗੀ। ਮਈ 11 ਦਾ ਆਈਪੀ ਸਿੰਘ ਵੱਲੋਂ ਟਾਈਮਜ਼ ਆਫ ਇੰਡੀਆ ਦੇ ਵਿੱਚ ਖਬਰ ਲੱਗੀ ਹੋਈ ਆ ਕਿ ਜਲੰਧਰ ਦੇ ਕਲਾਸ 4 EMPLOYE ਹੈਗੇ ਨੇ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ। ਉਹਨਾਂ ਨੂੰ ਫੜਿਆ ਗਿਆ ਕਿਸ ਮਾਮਲੇ 'ਚ? ਅਕੈਡਮੀ ਦੇ ਅੰਦਰ ਚਿੱਟਾ ਸਪਲਾਈ ਕਰਨ ਦੇ ਵਿੱਚ। ਅਕੈਡਮੀ ਦੇ ਅੰਦਰ ਚਿੱਟਾ ਸਪਲਾਈ ਕਰਨ 'ਚ। ਇਹਦਾ ਮਤਲਬ ਕਿ ਜਿਹੜੇ ਲੋਕ ਨਵੇਂ ਭਰਤੀ ਹੋਏ ਨੇ ਜਾਂ ਟ੍ਰੇਨਿੰਗ ਲੈ ਰਹੇ ਨੇ ਜਾਂ ਟ੍ਰੇਨਿੰਗ ਦੇ ਰਹੇ ਨੇ ਜਾਂ ਜਿਹੜੇ ਉੱਥੇ ਬੈਠੇ ਨੇ ਉਹ ਵੀ ਚਿੱਟਾ ਖਾਂਦੇ ਨੇ। ਹੁਣ ਇੱਕ ਤਾਂ ਗੱਲ ਹੋਊਗੀ ਚਿੱਟੇ ਦਾ ਵਪਾਰ ਕਰਨ ਵਾਲੇ ਵੀ ਆਪਾਂ ਕਹਿੰਦੇ ਆ ਫੋਰਸਿਸ ਵਿੱਚ ਹੈਗੇ ਨੇ, ਪਰ ਚਿੱਟਾ ਕੰਜ਼ਿਊਮ ਕਰਨ ਵਾਲੇ ਵੀ ਹੈਗੇ ਨੇ। ਇਹਦਾ ਮਤਲਬ ਜੇ ਉਹ ਚਿੱਟਾ ਕੰਜ਼ਿਊਮ ਕਰਨ ਵਾਲੇ ਹੈਗੇ ਨੇ ਤਾਂ ਇਹਦਾ ਮਤਲਬ ਜਿਹੜੇ ਸਪਲਾਈ ਕਰਨ ਵਾਲੇ ਹੈਗੇ ਨੇ ਉਹਨਾਂ ਦੇ ਕੰਟੈਕਟ ਵਿੱਚ ਹੈਗੇ ਨੇ। ਸੋ ਕਨੈਕਸ਼ਨ ਦਾ ਖਬਰ ਹੀ ਸਾਬਤ ਕਰ ਰਹੀ ਆ। ਔਰ ਉਸ ਬੰਦੇ ਨੂੰ ਫੜ ਲਿਆ ਗਿਆ। ਉਹ ਪਾਣੀ ਸਪਲਾਈ ਕਰਦਾ ਹੈਗਾ, ਪਾਣੀ ਹੱਕਦਾ ਹੈਗਾ, ਪਾਣੀ ਦਾ ਉਹ ਚਲਾਉਂਦਾ ਹੋਊਗਾ ਟੈਂਕਰ ਜਿਹਾ, ਤੇ ਉਹਨੂੰ ਮਤਲਬ ਫੜ ਲਿਆ। ਉਹ ਹੁਣ ਕਹੀ ਜਾਂਦੇ ਨੇ ਅਫਸਰ ਜੀ ਇਹਨੂੰ ਚਿੱਟਾ ਖਾਂਦਾ ਸੀ ਫਿਰ ਤੁਸੀਂ ਮੈਡੀਕਲ ਕਰਾ ਕੇ ਉਹਨੂੰ ਨੌਕਰੀ ਤੋਂ ਕਢਾ ਦਿੰਦੇ। ਫੋਰਸ ਵਿੱਚ ਕਿਉਂ? ਫੋਰਸਿਸ ਵਿੱਚ ਚਿੱਟੇ ਦੀ ਹਾਜ਼ਰੀ ਇਹ ਸਾਬਤ ਕਰਦੀ ਹੈ ਕਿ ਦਾਲ ਦੇ ਵਿੱਚ ਕਾਲਾ ਨਹੀਂ, ਦਾਲ ਪੂਰੀ ਦੀ ਪੂਰੀ ਕਾਲੀ ਹੈ। ਖਾਕੀ ਦੇ ਉੱਪਰ ਇਹ ਬਦਨੁਮਾ ਦਾਗ ਨੇ ਜਿਸ ਨੂੰ ਖਾਕੀ ਲਈ ਧੋਣਾ ਬਹੁਤ ਮੁਸ਼ਕਿਲ ਆ, ਅਸੰਭਵ ਨਹੀਂ ਮੈਂ ਕਹੂੰਗਾ, ਕਿਉਂਕਿ ਪੁਲਿਸ ਵਿੱਚ ਬਹੁਤ ਇਮਾਨਦਾਰ ਅਫਸਰ ਵੀ ਬੈਠੇ, ਬਹੁਤ ਜ਼ਿਆਦਾ ਇਮਾਨਦਾਰ ਅਫਸਰ ਵੀ ਬੈਠੇ ਨੇ, ਪਰ ਉਹ ਖੁੱਡੇ ਲਾਈਨ ਲਾਇਆ। ਉਹਨਾਂ ਨੂੰ ਤਾਂ ਹਲੇ ਵੀ ਬਾਹਰ ਨਹੀਂ ਕੱਢਿਆ ਗਿਆ। ਹਲੇ ਵੀ ਉਹੋ ਜਿਹੇ ਅਫਸਰ ਘੁੰਮ ਰਹੇ ਨੇ। ਨੋ ਡਾਊਟ ਹਲੇ ਬਾਹਰ ਆਏ ਨੇ ਕੁਝ ਅਫਸਰ, ਜਿਸ ਤਰ੍ਹਾਂ ਲੁਧਿਆਣੇ ਵਾਲੇ ਕਮਿਸ਼ਨਰ ਹੈਗੇ ਨੇ ਕੌਸਤਵ ਸ਼ਰਮਾ ਹੈਗੇ, ਜਲੰਧਰ ਵਾਲੇ ਕਮਿਸ਼ਨਰ, ਅੰਮ੍ਰਿਤਸਰ ਵਾਲੇ ਕਮਿਸ਼ਨਰ, ਨੋ ਡਾਊਟ ਕਿ ਬਹੁਤ ਵਧੀਆ ਨੇ। ਉੱਥੇ ਆਈਜੀ ਹੈੱਡਕੁਆਟਰ ਨੋਡਲ ਅਫਸਰ ਜੋ ਇਸ ਵੇਲੇ ਸੀਐਮ ਦੇ ਲੱਗੇ ਨੇ ਸੁਖਚੈਨ ਸਿੰਘ ਗਿੱਲ, ਅਫਸਰ ਬਹੁਤ ਵਧੀਆ ਹੈਗੇ ਨੇ। ਚਾਹੇ ਉੱਥੇ ਸਾਹਿਬ ਤੁਸੀਂ ਲਾ ਲਓ, ਆਪਣੇ ਆਈਜੀ ਪਟਿਆਲਾ ਆਏ ਨੇ, ਉਹਨਾਂ ਨੇ ਸਾਰਾ ਕੁਝ ਸੋਲਵ ਕੀਤਾ ਨਾ ਕੰਮ। ਸੋ ਗੱਲ ਇਹ ਕਹਿ ਰਿਹਾ ਵੀ ਅਫਸਰ ਹੈਗੇ ਨੇ, ਵਧੀਆ ਅਫਸਰ ਵੀ ਹੈਗੇ ਨੇ, ਪਰ ਪ੍ਰੋਬਲਮ ਇਹ ਆ ਕਿ ਜਿਹੜਾ ਇੱਕ ਸਟਰਕਚਰ ਆ ਨਾ, ਤੰਦ ਜਿਹੜੀ ਬਣਦੀ ਹੈ, ਤੰਦ, ਇਹ ਤੰਦਾਂ ਕੱਟਣੀਆਂ ਬਹੁਤ ਔਖੀਆਂ ਨੇ। ਮੰਜਾ ਬੁਣਦੇ ਆ ਨਾ, ਉਹ ਬੁਣਿਆ ਗਿਆ, ਜਾਲ ਬੁਣੇ ਜਾ ਚੁੱਕੇ ਨੇ, ਉਹ ਸਟਰਕਚਰ ਬਣਿਆ ਹੋਇਆ, ਉਹ ਸਪਲਾਈ ਚੱਲ ਰਹੀ ਹੈ, ਉਹ ਪੈਸਿਆਂ ਦਾ ਆਦਾਨ ਪ੍ਰਦਾਨ ਚੱਲ ਰਿਹਾ, ਔਰ ਉਹਨੂੰ ਕੋਈ ਛੱਡ ਨਹੀਂ ਸਕਦਾ। ਬਿਜ਼ਨਸ ਆ, ਜਿਹੜੇ ਪੋਲੀਟੀਸ਼ੀਅਨ ਇਸ ਕੰਮ 'ਚ ਲੱਗੇ ਹੋਏ ਨੇ ਕੀ ਉਹ ਛੱਡ ਗਏ? ਜਿਹੜੇ ਮਾਈਨਿੰਗ ਕਾਂਗਰਸ ਦੇ ਟਾਈਮ ਕਰਦੇ ਸੀ, ਅਕਾਲੀ ਦੇ ਟਾਈਮ ਕਰਦੇ ਸੀ, ਕੀ ਉਹ ਕਾਂਗਰਸ ਦੇ ਟਾਈਮ ਹਟ ਗਏ? ਜਾਂ ਜਿਹੜੇ ਕਾਂਗਰਸ ਟਾਈਮ ਹੁਣ ਹਟ ਗਏ? ਹੁਣ ਵੀ ਉਵੇਂ ਕੰਮ ਚੱਲ ਰਿਹਾ। ਸੋ ਇਹ ਜਿਹੜਾ ਨਸ਼ਾ ਰੋਕਣ ਵਾਲਾ ਸੁਪਨਾ ਭਗਵੰਤ ਮਾਨ ਸਾਹਿਬ ਲੈ ਰਹੇ ਨੇ, ਇਹਦੇ ਲਈ ਬਹੁਤ ਸਖਤ ਕਦਮ, ਬਹੁਤ ਵੱਡੀ ਪੋਲੀਟੀਕਲ ਵਿਲ, ਔਰ ਉਹਨਾਂ ਨੂੰ ਉੱਪਰੋਂ ਦਿੱਲੀ ਤੋਂ ਗ੍ਰੀਨ ਸਿਗਨਲ ਚਾਹੀਦਾ। ਦਿੱਲੀ ਵਾਲਿਆਂ ਉੱਪਰ ਤਾਂ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਦਿੱਲੀ ਵਿੱਚ ਪ੍ਰਾਈਵੇਟ ਠੇਕੇ ਖੁਲਵਾਤੇ, ਪੌਂਟੀਆਂ ਨੂੰ, ਚੱਡਿਆਂ ਨੂੰ ਤੇ ਮਲਹੋਤਰਿਆਂ ਨੂੰ ਦੇਤੀ, ਸਾਰੇ ਦਿੱਲੀ ਵਾਲੇ ਠੇਕੇ ਖੋਲਣ ਦੀ ਇਜਾਜ਼ਤ ਦਿੱਤੀ। ਉਸੇ ਪੈਸੇ ਨਾਲ ਇਹਨੇ ਪੰਜਾਬ ਦੀਆਂ ਚੋਣਾਂ ਲੜੀਆਂ ਨੇ, ਤੇ ਤੁਸੀਂ ਹੁਣ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਇਹ ਠੇਕੇ ਬੰਦ ਕਰਾ ਦੇਣਗੇ। ਨਜਾਇਜ਼ ਸ਼ਰਾਬ ਵਿਕਦੀ ਸੀ, ਯਾਦ ਬਾਹਲੀ ਦੂਰ ਨਾ ਜਾਓ, ਪਟਿਆਲੇ ਦੇ ਵਿੱਚ ਐਸਐਸਪੀ ਮਨਦੀਪ ਸਿੰਘ ਸਿੱਧੂ ਸੀਗੇ, ਰਾਤੋਂ ਰਾਤ ਉਸ ਬੰਦੇ ਨੂੰ ਬਦਲੀ ਕੀਤਾ ਗਿਆ ਕਿ ਉਹਦੀ ਇਮਾਨਦਾਰੀ ਦੇ ਉੱਪਰ ਕੋਈ ਸ਼ੱਕ ਕਰਦੇ ਹੋ? ਉਸ ਨੇ ਉਹ ਜਿਹੜੇ ਨਜਾਇਜ਼ ਸ਼ਰਾਬ ਵੇਚਣ ਵਾਲੇ ਦੋ ਨੇਤਾ ਸੀਗੇ ਪਟਿਆਲੇ ਦੇ, ਮਹਿਲਾ ਦੇ ਖਸਮ ਖਾਸ, ਆਪਸ ਵਿੱਚ ਕੁੜਮੋ ਕੁੜਮੀ ਦੋਨੇ ਨੇਤਾ ਸ਼ਰੇਆਮ ਫੜ ਲਏ ਸੀ ਪੂਰੇ ਸਬੂਤਾਂ ਦੇ ਸਹਿਤ। ਲੇਕਿਨ ਕੀ ਹੁੰਦਾ? ਮਨਦੀਪ ਸਿੱਧੂ ਦਾ ਤਬਾਦਲਾ ਹੁੰਦਾ, ਉਹਨੂੰ ਵਿਜੀਲੈਂਸ ਵਿੱਚ ਲਾਇਆ ਜਾਂਦਾ, ਖੁੱਡੇ ਲਾਈਨ ਲਾ ਦਿੱਤਾ ਜਾਂਦਾ, ਔਰ ਉਹ ਕੇਸ ਨੂੰ ਜਿਹੜਾ ਨਵਾਂ ਅਫਸਰ ਆਉਂਦਾ ਚੱਕ ਕੇ ਉਹ ਪਤਾ ਨਹੀਂ ਫਾਈਲ ਕਿੱਥੇ ਖਤਮ ਕੀਤੀ ਜਾਂਦੀ ਆ, ਪਤਾ ਵੀ ਨਹੀਂ ਹੈਗਾ ਕਿਹੜੇ ਨੇਤਾ ਦਾ ਨਾਮ ਸੀਗਾ ਉਹ ਫਾਈਲ ਦੇ ਵਿੱਚ। ਸੋ ਇਸ ਕਰਕੇ ਮੈਂ ਵੀ ਨਹੀਂ ਲਊਂਗਾ, ਬਾਕੀ ਪਤਾ ਸਭ ਨੂੰ ਆ ਕਿ ਕਿਹੜੇ ਨੇਤਾ ਸੀਗੇ। ਸੋ ਮਹਿਲਾ ਨੇ ਵੀ ਪੈਸੇ ਕਮਾਏ ਨੇ, ਮਹਿਲਾ ਦੇ ਬਸ਼ਿੰਦਿਆਂ ਨੇ ਵੀ ਪੈਸਾ ਕਮਾਏ ਨੇ, ਸ਼ਾਹੀ ਪਰਿਵਾਰ ਨੇ ਵੀ ਪੈਸੇ ਕਮਾਏ ਨੇ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪੈਸੇ ਕਮਾਏ ਨੇ। ਉਹ ਨਸ਼ਿਆਂ ਦੇ ਵਿੱਚ ਸਭ ਤੋਂ ਛੇਤੀ ਪੈਸਾ ਬਣਦਾ, ਇਹ ਇੱਕ ਵੱਡਾ ਬਿਜ਼ਨਸ ਬਾਦਲ ਫੈਮਿਲੀ ਜਾਂ ਬਾਦਲ ਸਰਕਾਰ ਪੰਜਾਬ ਸਰਕਾਰ ਦੇ ਵਿਰਸੇ ਵਿੱਚ ਅਗਲੀਆਂ ਸਰਕਾਰਾਂ ਨੂੰ ਦੇਗੀ, ਤੇ ਉਹ ਵਿਰਸੇ ਤੋਂ, ਉਹ ਟ੍ਰੈਡੀਸ਼ਨ ਤੋਂ ਖੇੜਾ ਛੁਡਾਉਣਾ ਬਹੁਤ ਔਖਾ। ਸੁਖਵਿੰਦਰ
ਸਮਝ ਸਾਹਿਬ ਸਵਾਲ ਆ ਕੇ ਮੁੱਕਦਾ ਹੈ ਸੀਲਬੰਦ ਰਿਪੋਰਟ ਉੱਤੇ। ਇਹਨੂੰ ਲੈ ਕੇ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਉਦੋਂ ਇਹ ਵੀ ਬਹੁਤ ਸਵਾਲ ਚੁੱਕਦੇ ਸੀ, ਵਿਰੋਧੀ ਧਿਰ ਵਜੋਂ ਸੁਖਪਾਲ ਖਹਿਰਾ ਵੀ ਬਹੁਤ ਸਵਾਲ ਚੁੱਕਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਜਿਹੜੇ ਸਰਕਾਰ ਚ ਰਹੇ ਉਹ ਤਾਂ ਕੁਝ ਰਿਪੋਰਟ ਦੇ ਮੇਰੇ ਖਿਆਲ ਚ ਪੰਨੇ ਹੀ ਲਾਇਆ ਸੀ ਸਾਹਮਣੇ ਵੀ ਆਹ ਦੇਖੋ ਹਰਪ੍ਰੀਤ ਸਿੱਧੂ ਨੇ ਆਹ ਕੁਝ ਉੱਥੇ ਭੇਜਿਆ ਆ ਬੰਦੇ ਨੇ ਸਾਰਾ ਕੁਝ ਨਸ਼ਰ ਕੀਤਾ। ਉਹ ਰਿਪੋਰਟ ਖੋਲਣ ਦੇ ਲਈ ਜਿਵੇਂ ਕਿਹਾ ਗਿਆ ਕਿ ਹਾਈ ਕੋਰਟ ਨੇ ਤਾਂ ਕਦੇ ਮਨਾ ਕੀਤਾ ਹੀ ਨਹੀਂ, ਰਿਪੋਰਟ ਖੋਲੀ ਜਾ ਸਕਦੀ ਹੈ ਤੇ ਉਹਨੂੰ ਕਿਉਂ ਨਹੀਂ ਖੋਲਦੇ? ਸ਼ੁਰੂਆਤ ਕਰਨੀ ਹੈ ਤਾਂ ਉੱਥੋਂ ਹੀ ਕਰ ਦਿੱਤੀ ਜਾਏ। ਦੇਖੋ ਆਪਾਂ ਬਾਰ-ਬਾਰ ਕਹਿੰਦੇ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਨਾ ਪੰਜਾਬੀ ਦਾ ਬੜਾ ਵਧੀਆ ਇੱਕ ਕਹਿੰਦੇ ਲਾਈਨ ਚੱਲ ਰਹੀ ਹੈ ਕਿ ਜੇ ਕਾਂ ਮਾਰ ਕੇ ਟੰਗੋਗੇ ਨਾ ਹਰ ਚੌਂਕ ਵਿੱਚ ਟੰਗਣੇ ਪੈਣੇ ਆ। ਸ਼ਹਿਰ ਦੇ ਲਈ ਇੱਕ ਕਾਂ ਮਾਰ ਕੇ ਨਹੀਂ ਸਰਨਾ ਹੈਗਾ, ਹਰ ਚੌਂਕ ਵਿੱਚ ਕਾਂ ਮਾਰ ਕੇ ਟੰਗਣਾ ਪੈਣਾ। ਤੁਹਾਡੀ ਗੱਲ ਵਾਜਬ ਨਹੀਂ, ਬਿਲਕੁਲ ਦਰੁਸਤ ਹੈ ਕਿ ਕੀ ਨਾ ਉਹਦਾ ਆਪਣੇ ਚੱਡਾ ਸਾਹਿਬ ਪੈਰਲਲ ਟੂ ਪੰਜਾਬ ਦੇ ਮੁੱਖ ਮੰਤਰੀ ਰਾਜ ਸਭਾ ਦੇ ਮੈਂਬਰ ਨੇ। ਉਹਨਾਂ ਨੇ ਤਾਂ ਪੂਰੀ ਦੀ ਪੂਰੀਆਂ ਉਸ ਦੇ ਉੱਪਰ ਜ਼ਿਆਦਾ ਨਹੀਂ ਤਾਂ 15 ਤੋਂ 20 ਪ੍ਰੈਸ ਕਾਨਫਰੰਸਿਸ ਕੀਤੀਆਂ ਸੀ। ਅੱਜ ਤਾਂ ਉਹ ਰਾਜ ਸਭਾ ਚਲੇ ਗਏ ਨੇ, ਕਿੱਥੇ ਬਿਆਨ ਕੋਈ ਆਇਆ ਉਹਨਾਂ ਦਾ? ਹਾਂ ਇਹ ਜ਼ਰੂਰ ਸੀ ਕਿ ਜਦਾਂ ਇਹ ਰਾਜ ਸਭਾ ਦੇ ਵਿੱਚ ਬੰਦੇ ਜਿਹੜੇ ਵਾਰਡ ਲਿਆ ਆਮ ਆਦਮੀ ਪਾਰਟੀ ਨੇ ਰੌਲਾ ਪੈ ਰਿਹਾ ਸੀ ਅਚਾਨਕ ਤੁਹਾਡਾ ਪਟਿਆਲੇ ਵਾਲਾ ਮਾਮਲਾ ਉੱਠ ਖੜਦਾ, ਅਚਾਨਕ ਹੀ ਨਾਨਕ ਸਿੰਘ ਵਰਗਾ ਮੁਸਤੈਦ ਅਫਸਰ ਫੇਲ ਹੋ ਜਾਂਦਾ, ਅਚਾਨਕ ਹੀ ਦੋ ਫਿਰਕਿਆਂ ਨੂੰ ਜਾਂ ਦੋ ਧੜਿਆਂ ਨੂੰ ਆਪਸ ਵਿੱਚ ਸਾਹਮਣੇ ਲੜਨ ਦੇ ਦਿੱਤਾ ਜਾਂਦਾ, ਅਚਾਨਕ ਹੀ ਨਵੀਆਂ ਖਬਰਾਂ ਬਣ ਜਾਂਦੀਆਂ ਨੇ ਕਿ ਦੋ ਫਿਰਕਿਆਂ ਵਿੱਚ ਲੜਾਈ ਹੋ ਗਈ, ਗੁਰਦੁਆਰੇ ਮੰਦਿਰ ਵਾਲੇ ਆਪਸ ਵਿੱਚ ਲੜ ਪਏ, ਜਦੋਂ ਕਿ ਇਹੋ ਜਿਹਾ ਤਾਂ ਕੁਝ ਵੀ ਨਹੀਂ। 4 ਬੰਦਿਆਂ ਦਾ ਖੇਲਾ ਸੀ, ਪੁਲਿਸ ਵਾਲਾ ਫਾਇਰਿੰਗ ਕਰ ਰਿਹਾ ਔਰ ਨਿੰਗ ਸਿੰਘ ਦੇ ਬਾਣੇ ਪਾਏ ਹੋਏ ਬੰਦਾ ਡਾਂਸ ਕਰ ਰਿਹਾ। ਨਿੰਗ ਡਾਂਸ ਕਰਦਾ ਮੈਂ ਤਾਂ ਦੇਖਿਆ ਨਹੀਂ, ਗੱਤਕਾ ਖੇਡਦੇ ਜ਼ਰੂਰ ਦੇਖੇ ਨੇ, ਅਸਲੀ ਨਿੰਗ ਕਦੇ ਡਾਂਸ ਕਰਦਾ ਨਾ ਤੁਸੀਂ ਦੇਖਿਆ ਨਾ ਮੈਂ ਦੇਖਿਆ। ਸੋ ਕਿਤੇ ਨਾ ਕਿਤੇ ਸਰਕਾਰਾਂ ਦੀ ਖੇਡ ਵੀ ਉੱਥੇ ਚੱਡਾ ਸਾਹਿਬ ਨੂੰ ਅਸੀਂ ਕਿਵੇਂ ਮਨਫੀ ਕਰ ਦਈਏ ਕਿ ਗੱਲਾਂ ਹੋ ਰਹੀਆਂ ਸੀ ਰਾਜ ਸਭਾ ਦੀਆਂ ਉਹਨਾਂ ਦੀਆਂ, ਅੱਜ ਚੁੱਪ ਕਰਕੇ ਸਾਰੇ ਜਣੇ। ਅੱਜ ਗੱਲ ਹੁਣ ਇਹਨਾਂ ਨੇ ਕਰ ਲਈ ਕਿ ਅਸੀਂ ਨਸ਼ੇ ਖਤਮ ਕਰਾਂਗੇ, ਲਿਆਓ ਰਿਪੋਰਟਾਂ ਤੁਹਾਡੇ ਕੋਲੇ ਨੇ। ਹੁਣ ਤਾਂ ਮੁੱਖ ਮੰਤਰੀ ਦੇ ਦਰਾਜ 'ਚ ਪਈ ਆ ਹਰਪ੍ਰੀਤ ਸਿੱਧੂ ਦੀ ਰਿਪੋਰਟ, ਕੱਲਾ ਪੰਨਾ ਪੜੋ, ਐਸਐਸਪੀ ਨੂੰ ਹੁਕਮ ਦਿਓ ਵੀ ਜੀ ਆਹ ਰਿਪੋਰਟ 'ਚ ਇੰਨਾ ਲਿਖਿਆ ਵਾ, ਚੱਕ ਲਓ ਫਲਾਣੇ ਨੂੰ, ਆਹ ਇੰਨੇ ਪੰਨੇ ਵਿੱਚ ਇੰਨੀ ਲਾਈਨ ਤੇ ਆਹ ਬੰਦੇ ਦੇ ਸਬੂਤ ਪਏ ਨੇ, ਚੱਕ ਲਓ ਫਲਾਣੇ ਨੂੰ। ਪਤਾ ਤਾਂ ਲੱਗੇ ਕਿ ਬੰਦੇ ਚੱਕ ਲਏ, ਸਾਰੇ ਲੀਡਰ ਨੇ, ਸਾਰੇ ਹੀ ਰਿਟਾਇਰਡ ਪੁਲਿਸ ਅਫਸਰ ਹੋਣਗੇ ਵੱਡੇ ਜਾਂ ਮੌਜੂਦਾ ਪੁਲਿਸ ਅਫਸਰ ਹੋਣਗੇ, ਚੱਕ ਲਓ। ਕੌਣ ਚੱਕੂਗਾ? ਬਿੱਲੀ ਦੇ ਗਲ ਵਿੱਚ ਤੱਲੀ ਕੌਣ ਬੰਨੂਗਾ? ਕਿਉਂਕਿ ਕੱਲ ਨੂੰ ਇਹ ਕੰਮ ਇਹਨਾਂ ਉੱਤੇ ਵੀ ਲੱਗਣਗੇ। ਕਹਿੰਦੇ ਅੱਜ ਕਿਸੇ ਦਾ ਫੋਨ ਆਇਆ, ਕਹਿੰਦੇ ਜੀ ਮੈਨੂੰ ਪਤਾ ਲੱਗਿਆ ਵੀ ਜਦੋਂ ਦਾ 8 ਨੰਬਰ ਕੋਠੀ ਸੈਕਟਰ 2 ਦੀ ਖਾਲੀ ਕਰਾਈ ਆ, ਮੈਂ ਮੈਡਮ ਰਜਿੰਦਰ ਕੌਰ ਪੱਠਰ ਦੀ ਗੱਲ ਕਰ ਰਿਹਾ, ਕਿ ਉਹਨਾਂ ਨੇ ਸ਼ਾਇਦ ਉੱਥੇ ਲਹਿਰਾ ਗਾਗਾ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਜ਼ਮੀਨ ਸਰਕਾਰੀ ਰੱਖੀ ਹੋਈ ਸੀ, ਉਹ ਵੀ ਛੱਡਤੀ, ਉਹ ਵੀ ਖਾਲੀ ਕਰਤੇ। ਖਬਰਾਂ ਉੱਡੀਆਂ ਨੇ। ਮੈਂ ਕਿਹਾ ਦੇਖੋ ਜੀ ਗੱਲ ਇਹ ਆ, ਸਰਕਾਰ ਦੀ ਇੰਟੈਂਸ਼ਨ ਸੀ ਕਿ ਖਾਲੀ ਕਰਾਉਣੀ, ਕਰਾ ਲਈ। ਸਰਕਾਰ ਦੀ ਇੰਟੈਂਸ਼ਨ ਸੀ ਕਿ ਸ਼ਾਮਲ ਆਟਾ ਖਾਲੀ ਕਰਾਉਣੀ ਹੈ, ਕਰਾ ਲਈ। ਪਤਾ ਸੀ ਉਹ ਵੀ ਤਾਂ ਖਾਲੀ ਕਰਾਈਆਂ ਨੇ, ਉਹ ਕੋਈ ਅਨਾਉਂਸ ਕੀਤਾ ਸੀ? ਮੁੱਖ ਮੰਤਰੀ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਸ਼ਾਮਲ ਆਟਾ ਖਾਲੀ ਕਰਾਵਾਂਗੇ, ਫਿਰ ਕੰਮ ਹੋਊਗਾ? ਉਹ ਤਾਂ ਖਾਲੀ ਹੋ ਗਈ ਰਾਤੇ ਰਾਤ। ਤੇ ਫਿਰ ਇਹ ਅਨਾਉਂਸਮੈਂਟ ਕਰਨ ਦੀ ਕੀ ਲੋੜ ਆ? ਤੁਸੀਂ ਚੱਕ ਲਓ ਬੰਦੇ ਜਿਹੜੇ ਹੈਗੇ, ਤੁਹਾਨੂੰ ਪਤਾ ਨਹੀਂ ਹੈਗਾ। ਤੁਹਾਡੀਆਂ ਏਜੰਸੀਆਂ ਆਈਬੀ ਦੀਆਂ ਰਿਪੋਰਟਾਂ ਤੁਹਾਡੇ ਕੋਲੇ, ਰਾਤ ਦੀਆਂ ਰਿਪੋਰਟਾਂ ਤੁਹਾਡੇ ਕੋਲੇ ਵੀ ਪਾਕਿਸਤਾਨ ਚੋਂ ਕਿਹੜਾ ਸਪਲਾਇਰ ਕਿਹਨੂੰ ਸਪਲਾਈ ਕਰਦਾ, ਸਾਰਾ ਕੁਝ ਪਿਆ। ਕੀ ਔਰ ਵਾਲੇ ਇਹਨਾਂ ਕੋਲ ਸ਼ੇਅਰ ਨਹੀਂ ਹੁੰਦਾ? ਸਭ ਕੁਝ ਸ਼ੇਅਰ ਹੁੰਦਾ ਹੈਗਾ। ਆਪਣੇ ਪੰਜਾਬ ਪੁਲਿਸ ਦਾ ਆਪਣਾ ਹੈਗਾ ਇੰਟੈਲੀਜੈਂਸ ਵਿੰਗ, ਪੰਜਾਬ ਪੁਲਿਸ ਦੇ ਆਪਣੀ ਕਾਊਂਟਰ ਇੰਟੈਲੀਜੈਂਸ ਹੈਗੀ ਆ, ਸਾਰਾ ਕੁਝ ਤਾਂ ਹੈਗਾ। ਚੱਕ ਲਓ। ਅੱਜ ਤੁਸੀਂ ਕਿਉਂ ਕਰ ਰਹੇ ਹੋ ਮੀਟਿੰਗਾਂ ਵੀ? ਇਹਨੂੰ ਨਾ ਡਰਾਮੇ ਨਾ ਕਰੋ। ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ, ਇਹ ਬਾਹਲਾ ਦੇਰ ਚੱਲਣਾ ਨਹੀਂ। ਤੁਸੀਂ ਇੱਕ ਪਾਸੇ ਤਾਂ ਸਾਰਿਆਂ ਨੂੰ ਆਪਣਾ ਸਿਕਿਉਰਿਟੀ ਹਟਾ ਰਹੇ ਹੋ, ਇੱਕ ਪਾਸੇ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਕਿਉਰਿਟੀ ਦੇ ਰਹੇ ਹੋ, ਤੇ ਫਿਰ ਕੁਨਬਾ ਪ੍ਰਸਤੀ ਕੀ ਹੁੰਦੀ ਆ? ਗੱਲਾਂ ਉਹ ਨਹੀਂ ਹੁੰਦੀਆਂ, ਗੱਲ ਇੱਕ ਹੁੰਦੀ ਆ। 2 ਗੱਲਾਂ ਕਰਨ ਵਾਲੇ ਨੂੰ ਦੋਗਲਾ ਕਿਹਾ ਜਾਂਦਾ, ਇੱਕ ਗੱਲ ਕਰਨ ਵਾਲੇ ਨੂੰ ਕਹਿੰਦੇ ਨੇ ਇਹ ਬੰਦਾ ਮਹਾਰਾਜਾ ਰਣਜੀਤ ਸਿੰਘ ਦਾ ਵਾਰਸ ਆ, ਇਹਦੀ ਅੱਖ ਵੀ ਇੱਕ ਆ, ਇਹਦੀ ਕਹਿਣੀ ਵੀ ਇੱਕ ਆ, ਇਹਦੀ ਕਰਨੀ ਵੀ ਇੱਕ ਆ, ਇਹਦੀ ਕਥਨੀ ਵੀ ਇੱਕ ਆ। ਸੋ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਪਿੱਛੇ ਲਾ ਕੇ ਅੱਗੇ ਬੈਠ ਕੇ ਸਭ ਤੋਂ ਵੱਧ ਗੰਦ ਪਾਇਆ ਮਹਾਰਾਜੇ ਪਟਿਆਲੇ ਵਾਲੇ ਦੇ ਵਾਰਸ ਨੇ, ਅਮਰਿੰਦਰ ਸਿੰਘ ਨੇ। ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾ ਕੇ ਸਭ ਤੋਂ ਗੰਦ ਵੱਧ ਪਾਇਆ, ਪੰਥ ਦਾ ਘਾਣ ਕੀਤਾ ਮੁੱਖ ਮੰਤਰੀ ਬਾਦਲ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾ ਕੇ ਅੱਜ ਭਗਵੰਤ ਮਾਨ ਬੈਠਾ ਕੀ ਕਰ ਰਿਹਾ? ਪੁਲਿਸ ਵਾਲਿਆਂ ਨੂੰ ਕਹਿ ਰਿਹਾ ਕਿ ਅਸੀਂ ਨਿਸ਼ਚਤ ਨਾਬੂਦ ਕਰ ਦਾਂਗੇ ਆਪਣੇ ਟ੍ਰੈਫਿਕਰਸ ਨੂੰ, ਤੁਸੀਂ ਫੜੋ। ਹਰਪ੍ਰੀਤ ਸਿੱਧੂ ਕਿੱਥੇ ਲੁਕੋ ਰੱਖਿਆ? ਉਹਨੂੰ ਲਿਆਂਦਾ ਹੀ ਇਸ ਕੰਮ ਲਈ ਸੀ, ਲੈ ਕੇ ਆਓ ਉਹਨੂੰ ਅੱਗੇ। ਉਹਨੂੰ ਪਤਾ ਹੀ ਨਹੀਂ ਕਿੱਥੇ ਆਓ। ਤੁਸੀਂ ਪਛਾਣ ਕਰਾਓ। ਭਗਵੰਤ ਮਾਨ ਨੂੰ ਸਵਾਲ ਕਰੇ ਮੀਡੀਆ, ਹਰਪ੍ਰੀਤ ਸਿੱਧੂ ਕਿੱਥੇ? ਆਈਪੀਐਸ
ਜਿਹਦਾ ਮਤਲਬ 5 ਸਟਾਰ ਰਿਕਾਰਡ ਹੈਗਾ ਆਪਣੇ ਕੰਮ ਦੇ ਵਿੱਚ ਲੈ ਕੇ, ਬੇਦਾਗ ਪਰਸਨੈਲਿਟੀ ਆ। ਮੈਂ ਕਹਿੰਦਾ ਪੰਜਾਬ ਪੁਲਿਸ ਵਿੱਚ ਇਹੋ ਜਿਹੇ ਅਫਸਰ ਹੈਗੇ ਨੇ, ਲਿਆਓ। ਪਰ ਪੰਜਾਬ ਪੁਲਿਸ ਇਹੋ ਜਿਹੇ ਅਫਸਰ ਵੀ ਹੈਗੇ ਨੇ ਜਿਹੜੇ ਦਿਖਣ ਨੂੰ ਇਮਾਨਦਾਰ ਨੇ ਪਰ ਠੱਗੀਆਂ ਠੋਰੀਆਂ ਚ ਵੀ ਮਾਹਰ ਨੇ। ਸੋ ਗੱਲਾਂ ਦੋ ਕਰਕੇ ਕੰਮ ਨਹੀਂ ਬਣਨਾ ਹੈਗਾ। ਸੁਖਵਿੰਦਰ ਵੀ ਮੀਟਿੰਗ 'ਚ ਹਰਪ੍ਰੀਤ ਸਿੱਧੂ ਹੋਣੀ ਵੀ ਨਜ਼ਰ ਆਏ, ਪਰ ਜਿਵੇਂ ਆਪਾਂ ਕਹਿੰਦੇ ਆ ਕਿ ਉਹ ਪਹਿਲੀ ਕਤਾਰ ਦੇ ਵਿੱਚ ਕਿ ਐਕਸ਼ਨ ਲੈਣ ਦੇ ਵਿੱਚ ਨਜ਼ਰ ਆਉਣ, ਉਸ ਪਾਸੇ ਵੱਲ ਨੂੰ ਸੰਬੋਧਿਤ ਹੋਇਆ ਜਾ ਰਿਹਾ, ਪਰ ਉਹ ਉਧਰ ਨੂੰ ਤੁਰਿਆ ਨਹੀਂ ਜਾ ਰਿਹਾ। ਗੱਲ ਤੁਹਾਡੀ ਸਮਝ ਸਾਹਿਬ ਵੈਸੇ ਸਹੀ ਆ। ਦਰਸ਼ਕ ਵੀ ਸੋਚਦੇ ਹੋਣੇ ਕਿ ਜਿਹੜੇ ਜਿਹੜੇ ਕੰਮ ਕਰਨੇ ਸੀ ਉਹ ਕਰ ਰਹੇ ਨੇ ਤੇ ਜਿਹੜੇ ਨਹੀਂ ਕਰਨੇ ਉਹਨਾਂ ਉੱਤੇ ਐਲਾਨ ਹੋ ਰਹੇ ਨੇ। ਇੱਕ ਹੋਰ ਗੱਲ ਹੈ ਕਿ ਬਾਈਬਲ ਕਲਾ ਗੋਲੀकांड ਖਬਰਾਂ ਛਪੀਆਂ ਕਿ 10 ਜੁਲਾਈ ਤੱਕ ਸਾਰਾ ਕੁਝ ਮੁਕੰਮਲ ਕਰ ਦੇਣਾ। ਇਹ ਵੈਸੇ ਤਾਂ 10 ਜੁਲਾਈ ਨੂੰ ਸਮਾਂ ਹਲੇ ਪਿਆ, ਤਕਰੀਬਨ 1.5 ਮਹੀਨੇ ਦਾ ਲਾ ਲਓ ਤੁਸੀਂ, ਪਰ ਇਸ ਸਮੇਂ ਦੌਰਾਨ ਹੁਣੇ ਖਬਰ ਛਪਣਾ, ਬਾਹਰ ਆਉਣਾ, ਇਹਨੂੰ ਕੀ ਸਮਝਿਆ ਜਾਵੇ? ਕੋਈ ਉਹਨੇ ਵੱਡੇ ਲੈਵਲ ਦੇ ਉੱਤੇ ਇਹਦਾ ਪ੍ਰਚਾਰ ਵੀ ਨਹੀਂ ਹੋਇਆ। 13 ਮਈ ਨੂੰ ਉਹਦੀ ਦੌਰੇ ਪੇਸ਼ੀ ਹੈਗੀ ਆ, ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਪਰ ਮੈਂ ਤੁਹਾਨੂੰ ਉਹੀ ਗੱਲ ਕਹੀ ਜਾਂਦਾ, ਕੁਝ ਚੀਜ਼ਾਂ ਹੁੰਦੀਆਂ ਨੇ। ਦੇਖੋ ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਵਿੱਚ ਵੋਟਾਂ ਦਾ ਜਿਹੜਾ ਖੇਡ ਹੈਗੀ ਆ ਉਹ ਧਰਮ ਦੇ ਨਾਂ ਦੇ ਉੱਪਰ ਮੁੱਖ ਰੂਪ ਦੇ ਉੱਤੇ ਖੇਡਿਆ ਜਾਂਦਾ, ਫਿਰ ਜ਼ਾਤ ਪਾਤ ਦੇ ਉੱਪਰ ਨਾਂ ਦੇ ਉੱਤੇ ਖੇਡਿਆ। ਧਰਮ ਦੇ ਕਾਰਡ ਦੇ ਪੈਰਲਲ ਹੀ ਡੇਰੇ ਖੜੇ ਨੇ। ਹੁਣ ਡੇਰੇ ਵਾਲੇ ਪੈਰੋਕਾਰ ਵੀ ਓਡੇ ਵੱਡੇ ਨੇ। ਜੇ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 1.5 ਕਰੋੜ ਆ, ਤਾਂ ਪੰਜਾਬ ਦੇ ਵਿੱਚ ਡੇਰੇ ਵਾਲਿਆਂ ਦੀ ਆਬਾਦੀ ਵੀ ਤਾਂ ਇੰਨੀ ਹੈਗੀ ਆ। ਹਰਿਆਣੇ 'ਚ ਨੇ, ਪੰਜਾਬ 'ਚ, ਉਹ ਵੀ ਤਾਂ 60-70 ਲੱਖ ਤੋਂ ਘੱਟ ਨਹੀਂ ਹੈਗੇ ਬੰਦੇ। ਉਹਨਾਂ ਦੀਆਂ ਵੋਟਾਂ ਵੀ ਬੋਲਦੀਆਂ ਨੇ, ਉਹ ਵੀ 25-30 ਸੀਟਾਂ ਉੱਤੇ ਮਾਰ ਕਰਦੇ ਨੇ। ਤੇ ਸਰਕਾਰ ਨੇ ਸਾਰੇ ਦੇਖਣੇ ਆ। ਪੰਜਾਬ ਦੇ ਵਿੱਚ ਇਕੱਲੇ ਸਿੱਖ ਤਾਂ ਨਹੀਂ ਰਹਿੰਦੇ। ਸੋ ਧਰਮ ਨੂੰ ਕਾਰਡ ਦੇ ਤੌਰ ਤੇ ਵਰਤ ਕੇ ਪਿਛਲੀਆਂ ਸਰਕਾਰਾਂ ਚਲੀਆਂ ਗਈਆਂ। ਅਗਲੀਆਂ ਸਰਕਾਰਾਂ ਨੇ ਹਰਿਆਣੇ 'ਚ ਵੀ ਚੋਣਾਂ ਲੜਨੀਆਂ ਨੇ, ਹਿਮਾਚਲ 'ਚ ਵੀ ਚੋਣਾਂ ਲੜਨੀਆਂ ਨੇ, ਰਾਜਸਥਾਨ 'ਚ ਵੀ ਚੋਣਾਂ ਲੜਨੀਆਂ ਨੇ। ਪੰਜਾਬ ਨੂੰ ਤਾਂ ਮੈਂ ਤੁਹਾਨੂੰ ਕਿਹਾ ਵੀ ਮੋਢੇ ਦੇ ਤੌਰ ਤੇ ਵਰਤਿਆ ਜਾ ਰਿਹਾ ਕੇਜਰੀਵਾਲ ਸਾਹਿਬ। ਔਰ ਪਿੱਛੇ ਜੇ ਤੁਹਾਡੇ ਆਪਣੇ ਠੋਕੋਤਾਲੀ ਜਾ ਕੇ ਮਿਲ ਕੇ ਆਏ ਨੇ ਮੁੱਖ ਮੰਤਰੀ ਸਾਹਿਬ ਨੂੰ। ਠੋਕੋਤਾਲੀ ਦੀ ਗੱਲ ਇਹ ਪਤਾ ਲੱਗੀ, ਉਹ ਕਹਿੰਦੇ ਮੈਨੂੰ ਸੰਗਰੂਰ ਤੋਂ ਸੀਟ दो, मैं तुम्हें आजादी दूंगा, तुम मुझे खून दो, मैं तुम्हें आजादी दूंगा, तुम मुझे संगरूर की सीट दो, मैं कांग्रेस को बर्बाद कर दूंगा। क्योंकि हले ਜਿਹੜੇ ਲੋਕ ਆਪਣੇ ਉੱਪਰ ਬੈਠੇ ਆ ਨਾ, ਦਿੱਲੀ ਕੇਂਦਰ ਵਿੱਚ ਬੈਠੇ ਨੇ, ਉਹਨਾਂ ਦਾ ਮੰਤਵ ਕਲੀਅਰ ਆ। ਕਾਂਗਰਸ ਸਾਫ਼, ਅਕਾਲੀ ਦਲ ਸਾਫ਼, ਹਲੇ ਸਾਫ਼ ਨਹੀਂ ਹੋਏ, ਹਲੇ ਉਹ ਜਿਉਂਦੇ ਨੇ। ਮਾਫ ਕਰਨਾ। ਸੋ 3 ਸੀਟਾਂ ਤੋਂ 30 ਸੀਟਾਂ ਤੇ ਆਉਂਦੇ ਕੋਈ ਬੜਾ ਟਾਈਮ ਨਹੀਂ ਲੱਗਦਾ ਹੁੰਦਾ। ਉਹਨਾਂ ਨੂੰ ਲੋਕਾਂ ਦੇ ਮਨਾਂ ਚੋਂ ਮਿਟਾਉਣਾ ਇਹਨਾਂ ਨੇ, ਅਕਾਲੀ ਦਲ ਨੂੰ, ਕਾਂਗਰਸ ਨੂੰ ਮਨਾਂ ਚੋਂ ਮਿਟਾਉਣਾ। ਉਹਦੇ ਲਈ ਇਹਨਾਂ ਨੂੰ ਗਦਾਦਾਰੀ ਭੀਮ ਵਰਗਾ ਬੰਦਾ ਚਾਹੀਦਾ। ਇਸ ਵੇਲੇ ਅਰਜੁਨ ਦਾ ਕੰਮ ਤਾਂ ਆਪਣਾ ਕਰ ਰਿਹਾ, ਤੁਹਾਡਾ ਭਗਵੰਤ ਮਾਨ ਕਰ ਰਿਹਾ, ਮਤਲਬ ਵੱਡੇ ਭਰਾ ਵਾਲਾ ਕੰਮ ਕੇਜਰੀਵਾਲ ਕਰ ਰਿਹਾ। ਪਰ ਹਲੇ ਭੀਮ ਸੈਨ ਦਾ ਜਿਹੜਾ ਕਰੈਕਟਰ ਆ ਖਾਲੀ ਆ, ਉਹ ਸਿੱਧੂ ਤੋਂ ਕਰਵਾਇਆ ਜਾ ਸਕਦਾ। ਨਵਜੋਤ ਸਿੰਘ ਸਿੱਧੂ ਲਈ ਵੈਸੇ ਵੀ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਰਹੀ। ਲੋਕ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਮੁੱਖ ਮੰਤਰੀ ਨੂੰ ਇਸ ਲਈ ਮਿਲਿਆ ਸੀ ਕਿ ਪ੍ਰੈਸ਼ਰ ਪਾ ਰਿਹਾ ਹਾਈ ਕਮਾਂਡ ਦੇ ਉੱਪਰ। ਪ੍ਰੈਸ਼ਰ ਕਿਉਂ ਪਾ ਰਿਹਾ? ਉਹਦੇ ਕੋਲੇ ਹਮੇਸ਼ਾ ਕਾਰਡ ਹੈਗੇ ਨੇ, ਇਹ ਕਾਰਡ ਉਹਦੀ ਜੇਬ 'ਚ ਨੇ। ਹੁਣ ਭਗਵੰਤ ਮਾਨ ਉਹਨੂੰ ਸੰਗਰੂਰ ਤੋਂ ਸੀਟ ਦੇ ਦਿੰਦੇ ਨੇ ਤਾਂ ਬਹੁਤ ਵੱਡੀ ਲੜਾਈ ਹੋ ਜਾਏਗੀ, 1% ਹੋ ਜਾਏਗੀ ਆਮ ਆਦਮੀ ਪਾਰਟੀ ਲਈ। ਆਮ ਆਦਮੀ ਪਾਰਟੀ ਤੋਂ ਨਵਜੋਤ ਸਿੰਘ ਸਿੱਧੂ ਆਪਣਾ MP ਦੇ ਲਈ ਉਮੀਦਵਾਰ ਹੋਵੇ ਤੇ ਵੱਡੀ ਲੜਾਈ ਹੋ ਜਾਏਗੀ, ਵੱਡਾ ਨਾਮ ਇੱਧਰ ਆ ਜਾਏਗਾ। ਔਰ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੀਆਂ ਹਿਮਾਚਲ ਦੀਆਂ ਚੋਣਾਂ ਵਿੱਚ, ਰਾਜਸਥਾਨ, ਹਰਿਆਣਾ ਚੋਣਾਂ ਵਿੱਚ ਜਿੱਥੇ ਵੀ ਹੈਗੀ ਆ, ਨੈਸ਼ਨਲ ਲੈਵਲ ਦਾ ਸਪੀਕਰ ਹੈਗਾ, ਉਹ ਬੀਜੇਪੀ ਕਾਂਗਰਸ ਨੂੰ ਧੋਕੇ ਰੱਖ ਦੂਗਾ ਜਿਸ ਤਰੀਕੇ ਦੇ ਭਾਸ਼ਣ ਦਿੰਦਾ ਹੈਗਾ। ਇਹਦੇ ਵਿੱਚ ਤਾਂ ਮੈਂ ਕੋਈ ਨਵੀਂ ਗੱਲ ਨਹੀਂ ਕਹਿ ਰਿਹਾ, ਸਭ ਨੂੰ ਪਤਾ ਹੈਗਾ ਉਹਦੀ ਬੋਲਣ ਦੀ ਕਪੈਸਿਟੀ ਕਿੰਨੀ ਤਕੜੀ ਆ ਔਰ ਓਰੇਟਰ ਕਿੰਨਾ ਵੱਡਾ, ਉਹ ਚੀਜ਼ਾਂ ਨੂੰ ਬਣਾ ਲੈਂਦਾ, ਲੋਕਾਂ ਨੂੰ ਕੀਲ ਲੈਂਦਾ ਹੈਗਾ। ਸੋ ਇਸ ਵੇਲੇ ਕੇਜਰੀਵਾਲ ਨੂੰ ਇੱਕ ਐਸਾ ਬੰਦਾ ਚਾਹੀਦਾ ਜੋ ਕੰਮ ਚੱਡਾ ਸਾਹਿਬ ਨਹੀਂ ਕਰ ਸਕਦੇ। ਜੋ ਨਵਜੋਤ ਸਿੰਘ ਸਿੱਧੂ ਕਰ ਸਕਦਾ, ਉਹ ਨਵਜੋਤ ਸਿੰਘ ਸਿੱਧੂ ਹੀ ਕਰ ਸਕਦਾ। ਔਰ ਲੋਕਾਂ ਦਾ ਇੱਕ ਬੜਾ ਵੱਡਾ ਧੜਾ ਹੈਗਾ ਅੱਜ ਵੀ ਉਹਦੇ ਨਾਲ ਇਮੋਸ਼ਨਲੀ ਜੁੜਿਆ ਹੋਇਆ, ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ। ਔਰ ਉਹਦੇ ਕੋਲੇ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਤਾਂ ਆਪਣੀ ਸਰਕਾਰ ਵੀ ਨਹੀਂ ਬਖਸ਼ੀ, ਮੈਂ ਉਹਦੇ ਨਾਲ ਲੜਾਂ। ਹੁਣ ਆਮ ਆਦਮੀ ਪਾਰਟੀ ਦੇ ਇਸੇ ਚੱਕਰ 'ਚ ਆਇਆ, ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ। ਔਰ ਉੱਥੇ ਵੀ ਉਹ ਭਗਵੰਤ ਮਾਨ ਨਾਲ ਵੀ ਇਹੀ ਪਿੱਚ ਕਰ ਰਿਹਾ ਕਿ ਮੇਰੇ ਦਿਲ ਦੇ ਵਿੱਚ ਜੋ ਦਰਦ ਹੈਗਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਉਹੀ ਦਰਦ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਦਿਲ ਵਿੱਚ ਵੀ ਦੇਖਿਆ। ਇਸ ਕਰਕੇ ਉਹ ਫੁੱਲ ਨਹੀਂ ਲੈ ਕੇ ਗਏ, ਉਹ ਮੁੱਦੇ ਲੈ ਕੇ ਗਏ ਨੇ। ਸਰ ਉਹ ਇਹੀ ਗੱਲ ਹੋਈ ਹੈ ਕਿ ਉਹ ਸੰਗਰੂਰ ਤੋਂ ਚੋਣ ਲੜ ਸਕਦੇ। ਕੱਲ ਨੂੰ ਜੇ ਤੁਹਾਨੂੰ ਖਬਰ ਸੁਣਨ ਨੂੰ ਮਿਲੇ ਤਾਂ ਹੈਰਾਨ ਨਾ ਹੋਇਓ ਔਰ ਮੇਰੀ ਗੱਲ ਸੁਣ ਕੇ ਹੱਸਿਓ ਨਾ, ਕਿਉਂਕਿ ਪੋਲਿਟਿਕਸ ਵਿੱਚ ਕੌਣ ਕਦੋਂ ਬਦਲ ਜੇ, ਕੌਣ ਕਿਹੜੇ ਪਾੜੇ ਵਿੱਚ ਬੈਠ ਜੇ, ਕਿਹਨੂੰ ਛੱਡ ਦੇ, ਕੋਈ ਪਤਾ ਨਹੀਂ ਲੱਗਦਾ। ਕਿਉਂਕਿ ਪੋਲਿਟਿਕਸ ਮੌਕਾ ਤੇ ਪੋਲਿਟਿਕਸ
ਜਿਹੜੇ ਦੋ ਚੀਜ਼ਾਂ ਨੂੰ ਨਾਲ ਲੈ ਕੇ ਪੋਲਿਟਿਕਸ ਕਰਦੇ ਨੇ ਉਹੀ ਕਾਮਯਾਬ ਨੇ ਅੰਤ ਤੱਕ। ਬਾਕੀ ਤਾਂ ਫਿਰ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਦੇ ਕਿਨਾਰਿਆਂ ਤੇ ਪਏ ਨਾਮ ਨੇ ਜਿਹੜੇ ਕੌਮੇ ਬੰਦੀਆਂ ਚ ਉਲਝ ਕੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਪ੍ਰੋਪਰਲੀ ਕੋਈ ਯਾਦ ਵੀ ਨਹੀਂ ਕਰ ਸਕਦਾ ਹੈ। ਇਹ ਹਾਲਾਤ ਨੇ ਪੰਜਾਬ ਦੇ। ਸੁਖਵਿੰਦਰ ਜੀ, ਸੰਭਵ ਨਹੀਂ ਹੁੰਦਾ, ਕੁਝ ਵੀ ਹੋ ਸਕਦਾ ਹੈ, ਕੁਝ ਵੀ ਸਥਿਰ ਨਹੀਂ ਰਹਿੰਦਾ, ਨਾ ਕੋਈ ਦੋਸਤ ਨਾ ਕੋਈ ਦੁਸ਼ਮਣ। ਇੱਕ ਸਮਝ ਸਾਹਿਬ ਹੋਰ ਚਰਚਾ ਕਿ ਸਰਕਾਰ ਕਹਿੰਦੀ ਆ ਕਿ ਇੱਕ ਤਾਂ ਬਜਟ ਪੇਸ਼ ਕਰਨਾ, ਉਸ ਤੋਂ ਪਹਿਲਾਂ ਵਿਧਾਇਕਾਂ ਨੂੰ ਕਹਿੰਦੇ ਟ੍ਰੇਨਿੰਗ ਦੇਣੀ ਹੈ, ਸ਼ਾਇਦ 30 ਮਈ ਤੋਂ ਜੂਨ ਦੇ ਮਹੀਨੇ ਚ ਸ਼ਾਇਦ 2 ਜੂਨ ਤੱਕ 4-5 ਦਿਨਾਂ ਦੀ ਕੋਈ ਟ੍ਰੇਨਿੰਗ ਹੋਏਗੀ। ਤੇ ਨਾਲੋਂ ਨਾਲ ਇਹ ਵੀ ਆ ਕਿ ਕਹਿੰਦੇ ਇਸ ਵਾਰੀ ਟੈਕਸ ਮੁਕਤ ਹੋਏਗਾ ਇਹ ਬਜਟ, ਕੋਈ ਫਾਲਤੂ ਬੋਝ ਨਹੀਂ ਪਏਗਾ ਲੋਕਾਂ ਦੀ ਜੇਬ ਉੱਤੇ। ਇਹ ਮਤਲਬ ਕਿ ਪਹਿਲਾਂ ਹੀ ਚਰਚਾਵਾਂ, ਫਿਰ ਗੱਲ ਉੱਥੇ ਹੀ ਆ ਗਈ ਕਿ ਪਹਿਲਾਂ ਹੀ ਰੌਲਾ ਪਾ ਦਿੱਤਾ ਜਾਂਦਾ ਹੈ ਬਜਟ 'ਚ ਕੀ ਰੱਖਣਾ ਕੀ ਨਹੀਂ ਰੱਖਣਾ। ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਕਿੱਥੋਂ ਆਉਣਾ ਸਾਰਾ ਕੁਝ। ਸੁਖਵਿੰਦਰ ਜੀ, ਜਿਹੜੀਆਂ ਪਹਿਲਾਂ ਚਰਚਾਵਾਂ ਛੇੜ ਦਿੱਤੀਆਂ ਜਾਂਦੀਆਂ ਨੇ ਉਹ ਲੋਕਾਂ ਦੇ ਮਾਈਂਡ ਬਿਲਡ ਕਰਨ ਲਈ ਹੁੰਦੀਆਂ ਨੇ। ਇੱਕ ਸਾਈਕੋਲੋਜੀਕਲ ਵਿਧੀ ਹੈਗੀ ਆ, ਇੱਕ ਮਨੋਵਿਗਿਆਨਕ ਵਿਧੀ ਹੈਗੀ ਆ। ਲੋਕਾਂ ਦੇ ਦਿਮਾਗ 'ਚ ਪਹਿਲਾਂ ਹੀ ਇੰਜੈਕਟ ਕਰ ਦੇਣਾ। ਜਿਵੇਂ ਸਾਡੀ ਇਸ ਵੇਲੇ ਵੱਡੀ ਸਰਕਾਰ ਨੇ ਲੋਕਾਂ ਦੇ ਦਿਮਾਗ ਵਿੱਚ ਨਫ਼ਰਤ ਪੈਦਾ ਕਰਤੀ ਇੱਕ ਦੂਜੇ ਦੇ ਫਿਰਕਿਆਂ ਦੇ ਪ੍ਰਤੀ। ਉਹ ਇਤਿਹਾਸ ਨੂੰ ਫਰੋਲਿਆ, ਨਵੀਆਂ ਚੀਜ਼ਾਂ ਕਿਤੇ ਉਹ ਟਾਈਮ ਲੱਗਿਆ, ਇੰਜੈਕਟ ਕਰਦੇ ਨੇ ਔਰ ਲੋਕ ਉਹ ਰਿਐਕਟ ਕਰਦੇ ਨੇ। ਜਿਹਦੇ ਤੇ ਇੰਜੈਕਸ਼ਨ ਲੱਗ ਗਿਆ ਉਹ ਰਿਐਕਸ਼ਨ ਕਰੂਗਾ। ਸੋ ਹੁਣੀ ਤੋਂ ਕਹਿ ਦੇਣਾ ਕਿ ਟੈਕਸ ਫ੍ਰੀ ਹੋਏਗਾ। ਮੈਂ ਤੁਹਾਨੂੰ ਦੱਸਾਂ ਕਿ ਹਲੇ ਤਾਂ ਸਰਕਾਰ ਤੋਂ ਇਹੀ ਨਹੀਂ ਸਮਝ ਆ ਰਿਹਾ ਕਿ ਬਜਟ ਵਿੱਚ ਰੱਖੀਏ ਕੀ। ਹਾਲਾਤ ਇੱਥੋਂ ਤੱਕ ਹੋਇਆ ਹੋਵੇ, ਹਾਲਾਤ ਸਰਕਾਰ ਦੇ, ਤਰੀਕ ਵੀ ਇਸੇ ਕਰਕੇ ਫਾਈਨਲ ਨਹੀਂ ਕਰ ਰਹੇ ਕਿਉਂਕਿ ਜਦੋਂ ਸਾਰਾ ਕੁਝ ਤੈਅ ਹੋ ਜਾਏਗਾ ਤੇ ਤਰੀਕ ਵੀ ਰੱਖੀ ਜਾਏਗੀ। ਸੋ ਹਲੇ ਕੁਝ ਤੈਅ ਹੀ ਨਹੀਂ ਹੋਇਆ ਤੇ ਤਰੀਕ ਵੀ ਨਹੀਂ ਰੱਖੀ ਗਈ। ਹਾਲਾਤ ਹਲੇ ਬਹੁਤ ਕਸ਼ਮਕਸ਼ ਚੱਲ ਰਹੀ ਆ ਕਿਉਂਕਿ ਸਰਕਾਰ ਨੂੰ ਵੀ ਪਤਾ ਕਿ ਲੋਕਾਂ ਨੂੰ ਸਾਡੇ ਤੋਂ ਬਹੁਤ ਆਸਾਂ ਨੇ। ਸੋ ਉਹ ਆਸਾਂ ਦੇ ਟੁਕਦਾ ਬਜਟ ਲਿਆਉਣਾ ਚਾਹੁੰਦੇ ਨੇ ਕਿ ਪੰਜਾਬ ਦੀ ਤਰੱਕੀ ਵੀ ਹੋਵੇ, ਲੋਕਾਂ ਦੀਆਂ ਆਸਾਂ ਵੀ ਨਾ ਟੁੱਟਣ। ਔਰ ਜਿਸ ਤਰ੍ਹਾਂ ਦੀਆਂ ਗਲਤੀਆਂ ਸਰਕਾਰ ਦੇ MLA ਸਾਹਿਬ ਕਰ ਰਹੇ ਨੇ ਉਹ ਬਹੁਤ ਮਾੜੀਆਂ ਨੇ। ਔਰ ਉਹ ਜਿਸ ਤਰ੍ਹਾਂ ਦੇ ਰੀਤਾਂ ਪਾ ਰਹੇ ਨੇ, ਅਫਸਰਾਂ ਨੂੰ ਡੀਲ ਕਰ ਰਹੇ ਨੇ, ਸਕੂਲਾਂ ਕਾਲਜਾਂ ਹਸਪਤਾਲਾਂ ਜਾ ਰਹੇ ਨੇ, ਜਾਂ ਜਿਹੜੇ ਚੱਲਦੇ ਰਵਾਇਤੀ ਧੰਦੇ ਕਾਂਗਰਸ ਅਕਾਲੀ ਦਲ ਟਾਈਮ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਧਾਗੇ ਵੀ ਆਪਣੇ ਗੁੱਟਾਂ ਦੇ ਆਲੇ ਦੁਆਲੇ ਲਪੇਟ ਰਹੇ ਨੇ। ਬੜਾ ਕੁਝ ਹੋ ਰਿਹਾ। ਸੋ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਇਕੱਲੇ ਇੱਕ ਇਮਾਨਦਾਰ ਹੋ ਜਾਣ ਨਾਲ ਸਾਰੇ ਇਮਾਨਦਾਰ 92 ਨਹੀਂ ਹੋ ਜਾਣਗੇ। ਸੋ ਉਹਨਾਂ ਨੂੰ ਵੀ ਰੋਕਣਾ ਪੈਣਾ, ਬਹੁਤ ਕੁਝ ਦੇਖਣਾ ਪੈਣਾ। ਸੋ ਉਹ ਚੀਜ਼ਾਂ ਨੇ। ਹਲੇ ਜੇ ਟੈਕਸ ਫ੍ਰੀ ਆ ਵੀ ਜਾਵੇਗਾ ਤੇ ਉਹਦੇ ਨਾਲ ਕੀ ਫਾਇਦਾ। ਰੋਡ ਦਾ ਇਸ ਵੇਲੇ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤੀ ਦੇਣ ਦੀ ਹੈ। ਠੀਕ ਹੈ, ਮੂੰਗੀ ਦੀ ਜਿਹੜੀ ਬਿਜਾਈ ਦੀ ਗੱਲ ਕੀਤੀ ਆ, ਬਹੁਤ ਵਧੀਆ ਗੱਲ ਆ, ਬੜਾ ਅੱਛਾ ਇਨੀਸ਼ੀਏਟਿਵ ਆ। ਉਹਦੇ ਨਾਲ ਸਾਡੇ ਲਈ ਸਰੋਤ ਨੇ ਪਾਣੀ ਦੇ ਉੱਪਰ ਉੱਠਦੇ ਨੇ। ਔਰ ਸਰਕਾਰ ਨੂੰ 2-3 ਚੀਜ਼ਾਂ ਹੋਰ ਵੀ ਕਰਨੀਆਂ ਚਾਹੀਦੀਆਂ ਕਿ ਜਿਹੜੇ ਅੱਜ ਝੋਨੇ ਦੇ ਕਰਕੇ ਜਾਂ ਕਣਕ ਦੀ ਖੇਤੀ ਦਾ ਰਕਬਾ ਵਧਾਉਣ ਕਰਕੇ ਕਿਸਾਨੀ ਨੇ ਆਪਣੀਆਂ ਜ਼ਮੀਨਾਂ ਵਿੱਚੋਂ ਦਰਖਤ ਚੱਕ ਦਿੱਤੇ, ਖਤਮ ਕਰ ਦਿੱਤੇ ਨੇ ਖੇਤਾਂ ਦੇ ਦਰਖਤ। ਉਹਦੇ ਉੱਤੇ ਵੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਕਿ ਉਹਨਾਂ ਨੂੰ ਮੋਟੀਵੇਟ ਕਰਨ ਕਿ ਆਪਣੀਆਂ ਜ਼ਮੀਨਾਂ ਵਿੱਚੋਂ ਦਰਖਤ ਲਾਉਣ। ਉਹ ਦਰਖਤ ਇਸ ਤਰ੍ਹਾਂ ਲਵਾਵੇ ਸਰਕਾਰ ਕਿ ਇਹ 10 ਸਾਲ ਬਾਅਦ ਸਰਕਾਰ ਦੇ ਦਰਖਤ ਨੇ, ਸਰਕਾਰ ਖਰੀਦ ਲਵੇਗੀ। ਤਾਂ ਉਹ ਸਰਕਾਰ ਲਈ ਵੀ ਇੱਕ ਸਰਮਾਇਆ ਹੋਏਗਾ ਕਿ ਕੱਲ ਨੂੰ ਉਹ 10 ਸਾਲ ਬਾਅਦ ਕੋਈ ਕਮਰਸ਼ੀਅਲ ਲੱਕੜ ਜਿਹਦਾ ਫਰਨੀਚਰ ਬਣ ਸਕਦਾ ਜਾਂ ਜਿਹੜੀ ਹੋਰ ਕਾਰਪੋਰੇਟ 'ਚ ਕੰਮ ਆ ਸਕਦੀ ਆ ਉਹ ਲਵਾਵੇ, ਖੇਤਾਂ ਵਿੱਚ ਖੇਤੀ ਕਰਵਾਵੇ ਤੇ 10 ਸਾਲ ਉਹਦੇ ਹੋ ਜਾਏਗਾ। ਉਹ ਪਾਣੀ ਦਊਗਾ ਕਿਸਾਨ ਨੂੰ, ਉਹਦੇ ਪੈਸੇ ਮਿਲਣਗੇ। ਪਰ ਉਹਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋਏ ਨਾ ਕਿ ਇੱਕ ਚੈਨਲ ਹੋ ਜਾਏਗਾ, ਵਾਟਰ ਹਾਰਵੈਸਟਿੰਗ ਸ਼ੁਰੂ ਹੋ ਜਾਏਗੀ। ਜਿਹੜਾ ਬਰਸਾਤੀ ਪਾਣੀ ਆ ਕੇ ਉੱਪਰ ਹੀ ਰਹਿ ਜਾਂਦਾ ਉਹ ਚੈਨਲਸ ਬਣਨਗੇ। ਜਿੰਨੇ ਜ਼ਿਆਦਾ ਦਰਖਤ ਲੱਗਣਗੇ ਸਾਡਾ ਪਾਣੀ ਦਾ ਲੈਵਲ ਉੱਪਰ ਆਵੇਗਾ। ਉਹ ਬੜਾ ਜ਼ਰੂਰੀ ਹੋ ਜਾਂਦਾ ਹੈਗਾ ਸਰਕਾਰ ਦੇ ਲਈ। ਖੇਤੀ ਨੂੰ ਹੋਰ ਲਾਹੇਵੰਦ ਬਣਾਉਣਾ, ਜੇ ਉਹਨਾਂ ਨੇ ਕਿਹਾ ਹੋਵੇ ਅਸੀਂ ਮੂੰਗੀ ਨੂੰ MSP ਤੇ ਖਰੀਦਾਂਗੇ ਤਾਂ ਹੋਰ ਚੀਜ਼ਾਂ ਵੀ ਹੈਗੀਆਂ ਨੇ। ਔਰ ਕਿਸਾਨਾਂ ਨੂੰ ਵੀ ਚਾਹੀਦਾ ਕਿ ਜ਼ਿੱਦ ਨਾ ਕਰਨਾ ਕਿ ਅਸੀਂ ਐਂ ਕਰਾਂਗੇ, ਧੱਕੇ ਨਾਲ ਕੁਝ ਨਹੀਂ ਚੱਲਦਾ। ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ। ਰਜ਼ਾਮੰਦੀ ਵੀ ਕਰਨੀ ਪੈਣੀ ਆ ਕਿਉਂਕਿ ਰਜ਼ਾਮੰਦੀ ਨਾਲ ਹੀ ਸਾਰੇ ਸਰਕਾਰਾਂ ਚੱਲਦੀਆਂ ਨੇ, ਰਜ਼ਾਮੰਦੀ ਨਾਲ ਹੀ ਰਿਸ਼ਤੇ ਚੱਲਦੇ ਨੇ, ਰਜ਼ਾਮੰਦੀ ਨਾਲ ਹੀ ਵਪਾਰ ਚੱਲਦੇ ਨੇ। ਸੋ ਇਸ ਤਰ੍ਹਾਂ ਸਟੇਟ ਚੱਲੇਗੀ, ਇੱਕ ਦੂਜੇ ਨੂੰ ਮਨਾ ਕੇ ਚੱਲੇਗੀ। ਇਹੀ ਤਰੀਕਾ ਹੈ। ਹਾਂਜੀ ਸੁਖਬੀਰ, ਮੈਂ ਆਖਰੀ ਸਵਾਲ ਇਸੇ ਤੇ ਲੈ ਕੇ ਆਉਣਾ ਸੀ ਕਿ ਉਗਰਾਹਾਂ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਤੁਰਨ ਨੂੰ ਤਿਆਰ ਆ, ਪਰ ਸਰਕਾਰ ਵੀ ਤਾਂ ਧਿਆਨ ਦੇਵੇ ਨਾ ਕਿ ਪਾਣੀ ਗੰਦਾ ਕੌਣ ਕਰ ਰਿਹਾ, ਕੀਟਨਾਸ਼ਕ ਕਿਹਦੇ ਕਰਕੇ ਆਏ। ਉਹ ਕਹਿੰਦੇ ਸਰਕਾਰਾਂ ਨੇ ਸਾਨੂੰ ਇਸ ਪਾਸੇ ਲਾਇਆ, ਨਹੀਂ ਤਾਂ ਪਹਿਲਾਂ ਹਰ ਤਰ੍ਹਾਂ ਦੀ ਫਸਲ ਬੀਜਦੇ ਸੀ ਕਿਸਾਨ, ਹਰ ਤਰ੍ਹਾਂ ਦੀ ਫਸਲ ਵੱਢਦੇ ਸੀ। ਤੇ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਗੰਦਲਾ ਪਾਣੀ ਦਰਿਆਵਾਂ ਦੇ ਵਿੱਚ ਜਾਂ ਨਹਿਰਾਂ ਦੇ ਵਿੱਚ ਆ, ਪਿੱਛੇ ਜੇ ਕਹਿੰਦੇ ਗੁੱਜਰਾਂ ਦੀਆਂ ਮੱਝਾਂ ਮਰ ਗਈਆਂ ਜਾਂ ਪਸ਼ੂ ਮਰ ਜਾਂਦੇ ਨੇ, ਉੱਥੇ ਗੰਦਲਾ ਪਾਣੀ ਕੌਣ ਕਰ ਰਿਹਾ? ਫੈਕਟਰੀਆਂ ਕਰ ਰਹੀਆਂ। ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ? ਸਾਰਾ ਕੁਝ ਕਿਸਾਨਾਂ ਤੇ ਥੋਪਣ ਦੇ ਨਾਲ ਤਾਂ ਕੋਈ ਬਣਨਾ ਨਹੀਂ ਨਾ। ਮੈਂ ਯਾਦ ਕਰਦਾ ਪਿੱਛੇ ਜੇ ਨਾ ਇੱਕ ਦਿੱਲੀ ਵਿੱਚ ਮੀਡੀਆ ਅਵਾਰਡਸ ਹੋਏ ਸੀ
ਪੰਜਾਬ ਦੇ ਹਰੇਕ ਚੈਨਲ ਦਾ ਮਤਲਬ ਮੁੱਖ ਐਂਕਰ ਚੱਕ ਕੇ ਅਵਾਰਡ ਦੋ ਐ ਦਿਖਾ ਰਿਹਾ ਹੈਗਾ। ਬਹੁਤ ਵਧੀਆ ਗੱਲ ਆ। ਸਾਡੇ ਬੱਚੇ ਨੇ, ਸਾਡੇ ਛੋਟੇ ਭਰਾ ਨੇ, ਕੰਮ ਕਰਦੇ ਬਹੁਤ ਵਧੀਆ ਲੱਗਦੇ ਨੇ। ਪਰ ਕੀ ਸੁਖਵਿੰਦਰ ਮੈਂ ਗਲਤ ਕਹਿ ਰਿਹਾ ਕਿ ਕਿਹੜੇ ਚੈਨਲ ਦੇ ਉੱਪਰ ਉਹ ਮੱਝਾਂ ਮਰੀਆਂ ਦੀ ਖਬਰ ਲੱਗੀ ਆ? ਕਿ ਉਹਦੇ ਤੇ ਕੋਈ ਐਕਸਟੈਂਸਿਵ ਰਿਪੋਰਟਿੰਗ ਹੋਈ ਆ? ਇੱਕ ਖਬਰ ਲੱਗੀ ਜੀ ਮੱਝਾਂ ਮਰ ਗਈਆਂ, ਸਤਿ ਸ੍ਰੀ ਅਕਾਲ। ਉਹਦੇ ਤੇ ਕਾਰਨ ਜਾਣਾ ਕਿਸੇ ਨੇ? ਪਹੁੰਚਿਆ ਉੱਥੇ? ਕਿਹੜਾ ਪਾਣੀ ਪੀਤਾ, ਕੀ ਖਾਂਦੀਆਂ ਸੀ, ਕੀ ਫਾਈਨੈਂਸ਼ੀਅਲ ਬੈਕਅਪ ਸੀ ਉਹ ਗੁੱਜਰਾਂ ਦਾ, ਕਿਉਂ ਹੋਇਆ, ਕਿੱਥੋਂ ਮੱਝਾਂ ਆਈਆਂ ਸੀ, ਕਿਹੜੀ ਬਰੀਡ ਦੀਆਂ ਮੱਝਾਂ ਸੀ, ਕਿੰਨਾ ਦੁੱਧ ਦਿੰਦੀਆਂ ਸੀ, ਕੀ ਇਕਨੋਮੀ ਸੀਗੀ? ਕਿਸੇ ਨੇ ਗੱਲ ਕੀਤੀ? ਇਹ ਸਾਡੀ ਰੀੜ ਦੀ ਹੱਡੀ ਹੈ। ਅੱਜ ਜੇ ਪੰਜਾਬ ਚਾਹੇ, ਮੈਨੂੰ ਸਿਆਣਾ ਬੰਦਾ ਕਹਿੰਦਾ ਯਾਰ ਜੇ ਕਿਤੇ ਪੰਜਾਬ ਉਦੋਂ ਨਾ ਹਿੰਦੁਸਤਾਨ ਨਾਲ ਰਲਿਆ ਹੁੰਦਾ, ਨਾ ਪਾਕਿਸਤਾਨ ਨਾਲ ਰਲਿਆ ਹੁੰਦਾ, ਤੇ ਅੰਗਰੇਜ਼ਾਂ ਦੀ ਗੱਲ ਮੰਨ ਲੈਂਦਾ। ਅੱਜ ਅੰਗਰੇਜ਼ ਕੌਮ ਇੱਥੇ ਆਪਣੀ ਫੌਜ ਲਾਈ ਹੁੰਦੀ, ਅਸੀਂ ਫੌਜ ਦੇ ਵਿੱਚ ਉਹਦੇ ਆਪਣੇ ਫੌਜੀ ਹੁੰਦੇ, ਅਸੀਂ ਤਾਂ ਕਹਿੰਦਾ ਦੁਨੀਆ ਦੇ ਵਿੱਚ ਦੁੱਧ ਵੇਚ ਕੇ ਹੀ ਪੰਜਾਬ ਨੂੰ ਖੜਾ ਕਰ ਦੇਣਾ ਸੀ। ਫਸਲਾਂ ਵੇਚਣ ਦੀ ਵੀ ਲੋੜ ਨਹੀਂ ਸੀ। ਜੋ ਕੁਦਰਤ ਤੌਰ ਤੇ ਘਾਹ ਹੋ ਰਿਹਾ ਉਹਨੂੰ ਖਾ ਕੇ ਮੈਸਾਂ ਦੁੱਧ ਦਿੰਦੀਆਂ, ਤੇ ਦੁੱਧ ਵੇਚ ਕੇ ਹੀ ਪੰਜਾਬ ਦੀ ਇਕਨੋਮੀ ਜਿਹੜੀ ਸਟਰੋਂਗ ਹੋ ਜਾਣੀ। ਸੋ ਮੈਸਾਂ ਨੂੰ ਅਣਗੌਲਿਆ ਕਰਨਾ ਮੀਡੀਆ ਦੀ ਬਹੁਤ ਬੱਜਰ ਗਲਤੀ ਹੈ, ਸਰਕਾਰਾਂ ਦੀ ਤਾਂ ਹੈ। ਦੁੱਧ ਇੱਕ ਐਸੀ ਚੀਜ਼ ਆ ਜਿਹਦੀ ਕੰਜ਼ੰਪਸ਼ਨ ਰੋਜ਼ ਵੱਧ ਰਹੀ ਆ। ਪੰਜਾਬ ਦੇ ਵਿੱਚ ਅੱਜ ਤੋਂ 3 ਸਾਲ ਪੁਰਾਣੇ ਡਾਟੇ ਨੇ ਕਿ 64 ਲੱਖ ਲੀਟਰ ਦੁੱਧ ਦੀ ਕੰਜ਼ੰਪਸ਼ਨ ਹੈਗੀ ਆ, ਔਰ ਪ੍ਰੋਡਕਸ਼ਨ ਹੈਗੀ ਆ 33-34 ਲੱਖ ਲੀਟਰ ਦੀ। ਤੋਂ ਬਾਕੀ ਦੁੱਧ ਕਿੱਥੋਂ ਆ ਰਿਹਾ? ਜਾਲੀ ਆ ਰਿਹਾ। ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕਿਸਾਨੀ ਨੂੰ ਫਸਲਾਂ ਤੋਂ ਇਲਾਵਾ ਡਾਇਰੀ ਦੇ ਵਿੱਚ ਵੱਡੇ ਪੱਧਰ ਤੇ ਲੈ ਕੇ ਆਉਣਾ ਸਰਕਾਰ ਦੀ ਜ਼ਿੰਮੇਵਾਰੀ ਆ। ਔਰ ਨਬਾਰਡ ਦੀਆਂ ਅੱਜ ਵੀ ਉਹੀ ਜਿਹੜੀਆਂ ਪ੍ਰੋਗਰਾਮਸ ਹੈਗੇ ਨੇ ਅਵੇਲੇਬਲ ਹੈ। ਨਬਾਰਡ ਅੱਜ ਵੀ ਤੁਹਾਨੂੰ ਵੱਡੇ ਕਰਜ਼ੇ ਦੇਣ ਨੂੰ ਤਿਆਰ ਆ ਜੇ ਸਰਕਾਰ ਅੱਗੇ ਹੋ ਕੇ ਕੋਆਪਰੇਟਿਵ ਸੁਸਾਇਟੀ ਦੇ ਨਾਲ ਰਲ ਕੇ ਕੰਮ ਕਰੇ। ਹਰ ਪਿੰਡ ਦੇ ਵਿੱਚ ਇੱਕ ਵੱਡਾ ਬਾੜਾ ਹੋਵੇ, ਰਲ ਕੇ ਕੀਤਾ ਜਾਵੇ ਕੰਮ। ਤੇ ਦੁੱਧ ਇੱਕ ਐਸੀ ਵੱਡੀ, ਅੱਜ ਕੀ ਆ ਦੁੱਧ ਦਾ ਭਾਅ 80-80 ਰੁਪਏ ਲੀਟਰ, 100-100 ਰੁਪਏ ਲੀਟਰ ਵਿਕ ਰਿਹਾ ਦੁੱਧ, ਜਿਹੜਾ ਪਿਓਰ ਦੁੱਧ ਹੈਗਾ। ਮਾੜਾ ਦੁੱਧ ਵੀ ਪਾਣੀ ਪਾ ਕੇ ਵਾਲਾ ਵੀ ਤਾਂ 55-60 ਰੁਪਏ ਲੀਟਰ ਵਿਕ ਰਿਹਾ। ਤੁਸੀਂ ਕਿਉਂ ਨਹੀਂ ਦੇਖ ਰਹੇ ਹੋ? ਡੇਲੀ ਵਿਕ ਰਿਹਾ। ਕੋਈ ਸਟੋਰ ਨਹੀਂ ਕਰਨਾ ਪੈਂਦਾ, ਕਿਸੇ ਅਡਾਨੀ ਕੋਲੇ ਨਹੀਂ ਜਾਣਾ ਪੈਂਦਾ, ਕਿਸੇ ਅੰਬਾਨੀ ਕੋਲੇ ਨਹੀਂ ਜਾਣਾ ਪੈਂਦਾ। ਜਿਹੜਾ ਬੰਦਾ ਦੁੱਧ ਪ੍ਰੋਡਿਊਸ ਕਰ ਰਿਹਾ ਉਹ ਵਿਕ ਰਿਹਾ, ਕਿਉਂਕਿ ਦੁੱਧ ਦੀ ਡਿਮਾਂਡ ਹੀ ਇੰਨੀ ਆ। ਦੁੱਧ ਦੇ ਉੱਤੇ ਕਿਉਂ ਨਹੀਂ ਕੰਮ ਕਰ ਰਹੇ? ਕਿਉਂ ਜੀਰੀ ਦੇ ਮਗਰ ਪਏ ਅਸੀਂ? ਤੁਸੀਂ ਮਤਲਬ ਕਿ ਗੱਲਾਂ ਉਹੀ ਨੇ ਕਿ ਜਿਹੜੇ ਸਾਡੇ ਐਗਰੀਕਲਚਰ ਇਕੋਨੋਮਿਸਟ ਨੇ ਉਹਨਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਸਰਕਾਰ ਨੂੰ ਸਿਰਫ ਫਸਲਾਂ ਦੀ ਵੰਨ-ਸੁਵੰਨਤਾ ਦੀ ਅਸੀਂ ਰਾਏ ਨਹੀਂ ਦੇਣੀ ਹੈਗੀ। ਫਸਲਾਂ ਦੀ ਖੇਤੀ ਰੋਕ ਕੇ ਹੋਰ ਵੀ ਕੰਮ ਨੇ ਜਿਹੜੇ ਕਿਸਾਨ ਕਰ ਸਕਦਾ। ਬੱਕਰਾ ਹੈਗਾ, ਉਹਦਾ ਮੀਟ ਪੂਰੀ ਦੁਨੀਆ ਵਿੱਚ ਖਾਧਾ ਜਾਂਦਾ ਹੈਗਾ। ਮੁਰਗਾ ਨਾ ਪਾਲੋ, ਬੱਕਰੇ ਪਾਲ ਲਓ, ਕਿੰਨਾ ਕੁਝ ਹੈਗਾ। ਗੱਲਾਂ ਤੁਸੀਂ ਆਪ ਥੋੜੀ ਮਾਰਦੇ ਹੋ। ਬੱਕਰੇ ਪਾਲ ਕੇ ਵੇਚੋ, ਉਹਦੇ ਤੇ ਕਿੰਨਾ ਸੇਵਿੰਗ ਹੈਗੀ ਆ। ਪਿੱਛੇ ਜਿਹੜੇ ਬੰਦੇ ਨੇ ਪਿਗ ਫਾਰਮਿੰਗ ਕੀਤੀ ਸੀ, ਬੰਦੇ ਸਾਲਾਂ ਦੇ ਵਿੱਚ, ਮਹੀਨਿਆਂ ਵਿੱਚ ਲੱਖਾਂ ਰੁਪਇਆ ਕਮਾਉਣ ਲੱਗੇ ਨੇ। ਕਿਉਂ? ਵੀ ਬਾਕੀ ਅਨਪੜ੍ਹ ਬੈਠੇ ਨੇ, ਉਹਨਾਂ ਨੂੰ ਨਹੀਂ ਦਿਖਦਾ ਹੈ। ਭੇਡ ਚਾਲ ਤਾਂ ਕਹਿ ਦਿੰਦੇ ਆ, ਪਰ ਜੇ ਚੰਗੇ ਕੰਮ ਦੀ ਭੇਡ ਚਾਲ ਕੀਤੀ ਜਾਵੇ ਮਾੜੀ ਨਹੀਂ। ਪਰ ਸਰਕਾਰ ਦੀ ਇੰਟੈਂਸ਼ਨ ਹਲੇ ਪਤਾ ਨਹੀਂ ਕਦੋਂ ਆਉਣ ਲੱਗੂਗੀ। ਪਟਿਆਲੇ ਆਓ, ਤੁਸੀਂ ਦੇਖ ਲਓ, ਤੁਸੀਂ ਰੱਖੜੇ ਮਿਲ ਕਿੰਨੀ ਆ, ਉਹ ਸੈਂਕੜੇ ਬਿੱਘਿਆਂ ਦੇ ਵਿੱਚ ਮਿਲ ਬਣੀ ਹੋਈ ਆ, ਸਰਕਾਰ ਦੀ ਰਜਿਸਟਰੀ ਹੋਈ ਵੀ ਆ। ਉਹ ਪਿਛਲੀ ਵਾਰ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾ ਲਿਆ ਵੇਚਣ ਲਈ, ਵਿਕੀ ਨਹੀਂ ਹੈਗੀ, ਕਿਉਂਕਿ ਉਹਦੇ ਤੇ ਇਸ ਤਰੀਕੇ ਨਾਲ ਪਿੰਡ ਵਾਲਿਆਂ ਨੇ ਜ਼ਮੀਨ ਦਿੱਤੀ ਵੀ ਆ, ਉਹਨੂੰ ਵੇਚ ਨਹੀਂ ਸਕਦੇ। ਅੱਜ ਚਲਾ ਲੈ ਸਰਕਾਰ ਰੱਖੜਾ ਮਿਲ, ਅੱਜ ਸਰਕਾਰ ਚਲਵਾ ਲੇ ਕਿ ਰੱਖੜੇ ਦੇ ਆਲੇ ਦੁਆਲੇ 50 ਪਿੰਡ ਇੱਕ ਨਹੀਂ ਬੀਜਣਗੇ, ਗੰਨਾ ਨਹੀਂ ਬੀਜਣਗੇ, ਕਾਸ਼ਤਕਾਰੀ ਨਹੀਂ ਹੋਏਗੀ, ਵੰਨ-ਸੁਵੰਨਤਾ ਨਹੀਂ ਆ ਗਈ। ਉਹਦੀ ਨਾਲ ਦੀ ਨਾਲ ਗੰਨਾ ਵੀ ਕਮਰਸ਼ੀਅਲ ਕ੍ਰੌਪ ਹੈਗੀ ਹੈ। ਸੋ ਗੱਲਾਂ ਇਹ ਨੇ ਕਿ ਤੁਹਾਨੂੰ ਏਰੀਆ ਵਾਈਜ਼ ਚੈੱਕ ਕਰਨਾ ਪਊਗਾ। ਅਬੋਹਰ ਵਿੱਚ ਕੀ ਚੱਲੂਗਾ, ਪਟਿਆਲੇ ਵਿੱਚ ਕੀ ਚੱਲੂਗਾ, ਸੰਗਰੂਰ ਵਿੱਚ ਕੀ ਚੱਲੂਗਾ, ਮੋਗੇ ਕੀ ਚੱਲੂਗਾ, ਨਕੋਦਰ ਕੀ ਚੱਲੂਗਾ, ਨਵਾਂਸ਼ਹਿਰ ਕੀ ਚੱਲੂਗਾ, ਰੋਪੜ ਮੋਰਿੰਡੇ ਕੀ ਚੱਲੂਗਾ, ਗੁਰਦਾਸਪੁਰ ਕੀ ਚੱਲੂਗਾ। ਇਹ ਸੈਕਸ਼ਨ ਬਣਾ ਕੇ ਤੁਹਾਨੂੰ ਪਲਾਨ ਕਰਨਾ ਪੈਣਾ। ਪੰਜਾਬ ਦਾ ਮਤਲਬ ਹੈ ਪੰਜਾਬ ਦੀ ਧਰਤੀ ਉਹ ਪਠਾਰੀ ਆ ਸਾਰੀ, ਪਠਾਨਕੋਟ ਤੋਂ ਲੈ ਕੇ ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਸਾਰੀ ਪਠਾਰੀ ਧਰਤੀ ਆ। ਉੱਥੇ ਕੋਈ ਕਹਿੰਦੇ ਨਹੀਂ ਵੀ ਤੂਤ ਦੀ ਖੇਤੀ ਕਰ ਲਓ, ਰੇਸ਼ਮ ਦਾ ਕੀੜਾ, ਸਿਲਕ ਦੀ ਖੇਤੀ ਹੋ ਜੂਗੀ, ਕੋਈ ਗੱਲ ਨਹੀਂ ਕਰਦਾ। ਔਰ ਇੱਧਰ ਰਾਜਸਥਾਨ ਲੱਗਦਾ ਹੈਗਾ, ਇੱਧਰ ਕਪਾਹ ਦੀ ਖੇਤੀ ਹੁੰਦੀ ਆ। ਤੁਸੀਂ ਦੇਖੋ ਕਿ ਦੁਆਬੇ ਵਿੱਚ ਝੋਨਾ ਹੁੰਦਾ, ਉਹਦਾ ਸਾਈਜ਼ ਛੋਟਾ ਹੁੰਦਾ, ਉਹਦਾ ਦਾਣਾ ਘੱਟ ਹੁੰਦਾ, ਕਣਕ ਦਾ ਵੀ ਹੁੰਦਾ ਕਿਉਂਕਿ ਟੈਂਪਰੇਚਰ ਦਾ ਫਰਕ ਆ। ਮਾਲਵੇ ਝੋਨਾ ਕਣਕ ਹੋਰ ਹੁੰਦੀ ਹੈਗੀ ਆ, ਦੁਆਬੇ 'ਚ ਹੋ ਹੈਗਾ। ਕਦੋਂ ਦਿਖੂਗੀ ਪੋਲੀਟੀਸ਼ੀਅਨ ਨੂੰ? ਪੋਲੀਟੀਸ਼ੀਅਨ ਨੂੰ ਇਹ ਨਹੀਂ ਦਿਖਦਾ ਕਿ ਪੰਜਾਬ ਦੇ ਵਿੱਚ ਵੀ 6 ਤਰ੍ਹਾਂ ਦੀ ਧਰਤੀ ਹੈਗੀ ਆ। ਉਹਦੇ ਹਿਸਾਬ ਨਾਲ ਅਸੀਂ ਪਲੈਨਿੰਗ ਕਰੀਏ ਐਗਰੀਕਲਚਰ ਦੀ, ਉਹਦੇ ਹਿਸਾਬ ਨਾਲ ਹੀ ਮਾਰਕੀਟਿੰਗ ਪਲਾਨ ਕਰੀਏ, ਉਹਦੇ ਹਿਸਾਬ ਨਾਲ ਹੀ ਸਾਨੂੰ ਗਾਹਕ ਮਿਲਣਗੇ। ਜੀ ਸ਼ੁਕਰੀਆ ਸਮਨ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਾਨੂੰ ਯਾਦ ਕੀਤਾ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਜੇ ਸਰਕਾਰ ਚਾਹਵੇ ਤਾਂ ਕੀ ਨਹੀਂ ਹੋ ਸਕਦਾ।
ਸਰਕਾਰ ਦੀ ਮਨਸ਼ਾ ਦੇ ਉੱਤੇ ਵੀ ਸਵਾਲ ਉੱਠਦੇ ਨੇ। ਜਿਹੜਾ ਵੀ ਸੱਤਾ ਦੇ ਵਿੱਚ, ਜਿਹੜਾ ਵੀ ਕੁਰਸੀ ਦੇ ਉੱਤੇ ਬਹਿੰਦਾ ਆ ਕੇ, ਉਹ ਉਸੇ ਢੰਗ ਨਾਲ ਚੱਲਦਾ ਜਿਵੇਂ ਰਵਾਇਤੀ ਸਿਆਸੀ ਪਾਰਟੀਆਂ ਚੱਲਦੀਆਂ। ਫਿਰ ਬਦਲਾਅ ਕਿੱਥੇ ਆ? ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।